ਈਕੁਅਲ ਰਾਈਟਸ ਸਾਰਿਆਂ ਲਈ ਉਹਦੀ ਗੱਲਬਾਤ ਕੀਤੀ ਸੀ। ਟਵਿੱਟਰ ਦੇ ਉੱਤੇ ਉਹਨੇ ਇਹ ਛੱਡਿਆ ਵੀ ਇੱਕ ਪਾਸੇ ਤਾਂ ਜਿਹੜੇ ਕਾਲੇ ਮੂਲ ਦੇ ਲੋਕ ਹੈਗੇ ਆ, ਜਦੋਂ ਉਹ ਨੀਲ ਕਰਦੇ ਹੈਗੇ ਆ ਜਦੋਂ ਫੁੱਟਬਾਲ ਦੇ ਉੱਤੇ, ਤੇ ਉਹਨਾਂ ਨੂੰ ਖੇਲਣ ਨਹੀਂ ਦਿੱਤਾ ਜਾਂਦਾ ਹੈਗਾ। ਤੇ ਦੂਸਰੇ ਪਾਸੇ ਵੀ ਜਦੋਂ ਤੁਸੀਂ ਆਪਣੇ ਟਰੱਕ ਸੈਲ ਕਰਨੇ ਹੈਗੇ ਆ, ਪਿਕਅਪ ਸੈਲ ਕਰਨੇ ਆ, ਉਹਨਾਂ ਦੀ ਕਮਰਸ਼ੀਅਲ 'ਚ ਤੁਸੀਂ MLK ਨੂੰ ਯੂਜ਼ ਕਰ ਰਹੇ ਹੈਗੇ ਆ। ਜੀ ਬਿਲਕੁਲ, ਇਹ ਕਾਫੀ ਜ਼ਿਆਦਾ ਕੰਟਰੋਵਰਸ਼ੀਅਲ ਜਿਹੜਾ ਆ ਉਹ ਰਿਹਾ ਆ ਜੀ। ਉਹਦੇ ਚ ਅੱਗੇ ਜਾ ਕੇ ਇਹ ਵੀ ਕਿਹਾ ਗਿਆ ਵੀ ਇਹ ਜ਼ਰੂਰੀ ਥੋੜ੍ਹਾ ਸੀ ਵੀ ਜੇ ਅੱਜ ਮਾਰਟਨ ਲੂਥਰ ਕਿੰਗ ਜੀਦੇ ਹੁੰਦੇ ਵੀ ਉਹ ਡੌਜ ਰੈਮ ਟਰੱਕ ਚਲਾਉਂਦੇ। ਉਹਨਾਂ ਨੇ ਕਿਹੜਾ ਜਿਹੜਾ ਉਹ ਚਲਾਉਣਾ ਸੀਗਾ। ਬਿਲਕੁਲ, ਇਹ ਤਾਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਜਿਹੜਾ ਪਤਾ ਲੱਗੂਗਾ। ਪਰ ਕੰਟਰੋਵਰਸੀ ਜਿਹੜੀ ਸਹਾਰਦੇ ਆ, ਇੱਕ ਹਰਜੋਤ ਸਿੰਘ ਜੀ ਹੋਰ ਵੀ ਸੁਪਰ ਬਾਲ ਦੇ ਦੌਰਾਨ ਜਿਹੜਾ ਰੌਲਾ ਇਹ ਰਿਹਾ ਵੀ 30 ਸਕਿੰਟ ਦੇ ਲਈ ਜਿਹੜੇ NBC ਨੈਟਵਰਕ ਦੇ ਉੱਤੇ ਆ ਰਿਹਾ ਸੀ, ਟੋਟਲ ਬਲੈਕਆਊਟ ਹੋ ਗਿਆ, ਪਤਾ ਨਹੀਂ ਕੀ ਹੋਇਆ। ਤੇ ਕਹਿੰਦੇ ਜੇ ਅਨੁਮਾਨ ਲਾਇਆ ਜਾਵੇ, ਜਿਸ ਹਿਸਾਬ ਦੇ ਨਾਲ ਤੁਸੀਂ ਦੱਸਦੇ ਆ ਨਾ ਵੀ ਐਡਾਂ ਵਿਕਦੀਆਂ ਆ, ਇਹ ਜਿਹੜੇ 5-6 ਮਿਲੀਅਨ ਪਰ ਸੈਕਿੰਡ ਦੇ ਹਿਸਾਬ ਦੇ ਨਾਲ ਇੱਕ ਹਿਸਾਬ ਦੇ ਨਾਲ ਚੱਲਦਾ ਆ, ਕਹਿੰਦੇ ਤਕਰੀਬਨ $5 ਬਿਲੀਅਨ ਦਾ ਨੁਕਸਾਨ ਕਰਾ ਗਿਆ ਆਪਣਾ ਵੀ 30 ਘੰਟੇ ਜਦੋਂ ਟੋਟਲ ਬਲੈਕਆਊਟ ਜਿਹੜਾ ਆ ਉਹ ਹੋ ਚੁੱਕਾ ਸੀਗਾ। ਸੋ ਕਾਫੀ ਕੁਛ ਰਿਹਾ। ਟਾਈਡ ਦੀਆਂ ਬਹੁਤ ਜ਼ਿਆਦੀਆਂ ਐਡਾਂ ਆਈਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆਪਾਂ ਦੇਖਿਆ ਵੀ ਟਾਈਡ ਦੇ ਕਰਕੇ ਬੱਚੇ ਜਿਹੜੇ ਟਾਈਡ ਪੌਡਸ ਜਿਹੜੇ ਉਹ ਖਾਣ ਲੱਗ ਗਏ ਸੀ, ਜੋ ਕਿ ਹਾਨੀਕਾਰਕ ਜਾਨਲੇਵਾ ਜਿਹੜਾ ਉਹ ਸਾਬਤ ਹੋ ਰਹੇ ਸੀਗੇ। ਪਰ ਉਹਨਾਂ ਨੇ ਕਾਫੀ ਜਿਹੜੀਆਂ ਐਡਸ ਉੱਥੇ ਕੀਤੀਆਂ ਤੇ ਸਾਰੇ ਜਾਣੇ ਕਹਿੰਦੇ, ਸਾਰਿਆਂ ਨੇ ਜਿਹੜਾ ਇਹ ਵਿਅੰਗ ਕੱਸਿਆ ਵੀ ਨਿਆਣੇ ਹੁਣ ਇੰਨੇ ਕੁ ਜ਼ਿਆਦਾ ਖਾਣ ਲੱਗ ਗਏ ਵੀ ਡਾਲਰ ਇਹਨਾਂ ਨੇ ਚੰਗੇ ਜ਼ਿਆਦਾ ਕੁੱਟ ਲਏ ਆ, ਤੇ ਇਸ ਲਈ ਜਿਹੜੇ ਇਹਨਾਂ ਨੇ ਕਾਫੀ ਜਿਹੜੀਆਂ ਐਡਸ ਉੱਥੇ ਬਾਏ ਕੀਤੀਆਂ, ਕਾਫੀ ਜਿਹੜੀਆਂ ਐਡਸ ਉਹਨਾਂ ਦੀਆਂ ਜਿਹੜੀਆਂ ਉੱਥੇ ਦੇਖਣ ਨੂੰ ਮਿਲੀਆਂ। ਸੋ ਓਵਰਆਲ ਜਿਹੜਾ ਆ ਠੀਕ ਠਾਕ ਰਿਹਾ। ਤੇ ਇੱਕ ਵਾਰੀ ਫਿਰ ਜਿਹੜੇ ਫਿਲਾਡੈਲਫੀਆ ਈਗਲਸ ਵਾਲੇ ਆ ਉਹਨਾਂ ਨੂੰ ਬਹੁਤ ਬਹੁਤ ਜਿਹੜੀਆਂ ਜੀ ਮੁਬਾਰਕਾਂ, ਉਹਨਾਂ ਨੇ ਜਿਹੜਾ ਸੁਪਰ ਬਾਲ ਉਹ ਜਿੱਤ ਰਿਹਾ। ਤੇ ਨਾਲ ਹੀ ਦੱਸ ਜਾਈਏ, ਕੈਵਿਨ ਹਰਟ, ਹਰਜੋਤ ਸਿੰਘ ਜੀ ਕਾਫੀ ਇੱਕ ਮਸ਼ਹੂਰ ਕਮੇਡੀਅਨ ਹੈਗਾ, ਸਟੈਂਡ ਅਪ ਕਮੇਡੀਅਨ ਆ, ਉਸਦੇ ਵਰਤਾਰੇ ਨੂੰ ਲੈ ਕੇ ਲੋਕ ਕਾਫੀ ਜਿਹੜੀ ਨਿੰਦਾ ਜਿਹੜੀ ਉਸਦੀ ਕਰ ਰਹੇ ਸੀ। ਉਸਨੇ ਜਿਹੜਾ F-bomb ਜਿਹੜਾ ਲਾਈਵ TV ਦੇ ਉੱਤੇ ਜਿਹੜਾ ਆ ਉਹ ਉਹਨੇ, ਕਿਉਂਕਿ ਰੱਜਿਆ ਪਿਆ ਸੀਗਾ ਸ਼ਰਾਬ ਨਾਲ ਤੇ ਉਹਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਬੋਲਣਾ ਆ। ਇੱਕ ਟਾਈਮ ਦੇ ਉੱਤੇ ਉਹ ਜਦੋਂ ਸੁਪਰ ਬਾਲ ਟਰੋਫੀ ਦੀ ਚੱਲ ਰਹੀ ਸੀ ਸੈਰੇਮਨੀ, ਉਹ ਸਟੇਜ ਦੇ ਉੱਤੇ ਚੜ੍ਹਨਾ ਚਾਹੁੰਦਾ ਸੀਗਾ, ਸਿਕਿਉਰਿਟੀ ਗਾਰਡ ਨੇ ਜਿਹੜਾ ਆ ਉੱਥੇ ਹੀ ਉਸ ਨੂੰ ਜਿਹੜਾ ਰੋਕ ਦਿੱਤਾ। ਸੋ ਕਾਫੀ ਜਿਹੜਾ ਇੱਦਾਂ ਦੇ ਕਈ ਹੋਰ ਰੌਲੇ ਰੱਪੇ ਜਿਹੜੇ ਆ ਉਹ ਇਸ ਪੂਰੇ ਸੁਪਰ ਬਾਲ ਦੇ ਵਿੱਚ ਰਹੇ। ਸੋ 52ਵਾਂ ਸੁਪਰ ਬਾਲ ਫਿਲਾਡੈਲਫੀਆ ਈਗਲਸ ਨੇ ਆਪਣੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਜਿੱਤਿਆ। ਇੱਕ ਹਰਜੋਤ ਸਿੰਘ ਜੀ ਦਿਖਾ ਰਹੇ ਸੀ 99 ਸਾਲਾਂ ਦਾ ਇੱਕ ਉਹਨਾਂ ਦਾ ਸੀਗਾ ਸਪੋਰਟਰ, ਕਹਿੰਦੇ 1922 ਤੋਂ ਲੈ ਕੇ ਉਹ ਉਹਨਾਂ ਦਾ ਜਿਹੜਾ ਚੱਲ ਰਿਹਾ ਸਪੋਰਟਰ ਜਿਹੜਾ ਚੱਲ ਰਿਹਾ ਜਦੋਂ ਤੋਂ ਉਸ ਨੇ ਸ਼ੁਰੂ ਕੀਤਾ ਆ, ਜਦੋਂ ਤੋਂ ਜੰਮਿਆ ਆ। ਤੇ ਕਹਿੰਦੇ ਵੀ ਜੇ ਮੈਂ 100 ਸਾਲ ਜਿੱਤਿਆ ਤਾਂ ਮੈਨੂੰ ਉਮੀਦ ਹੈ ਇੱਕ ਵਾਰੀ ਤਾਂ ਜਿਹੜਾ ਫਿਲਾਡੈਲਫੀਆ ਈਗਲਸ ਆ ਉਹ ਜਿੱਤੂਗੀ, ਸੁਪਰ ਬਾਲ ਜਿੱਤੂਗੀ। ਸੋ ਉੱਦਾਂ ਹੀ ਉਹਨਾਂ ਦੇ 99 ਸਾਲ ਦੇ ਵਿੱਚ, ਉਮਰ ਦੇ 99 ਸਾਲ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਜਿੱਤ ਜਿਹੜੀ ਉਹ ਦੇਖੀ ਆ। ਹੋਰ ਦੂਜੇ ਸਾਈਡ ਦੇ ਵੀ ਪੈਟਰੀਅਟ ਦੇ ਫੈਨਸ ਵੀ ਜਿਹੜੇ ਸੀਗੇ ਉਹ ਕਾਫੀ ਜਿਹੜੇ ਉੱਦਾਂ ਨਿਰਾਸ਼ ਰਹੇ, ਪਰ ਕਾਫੀ ਫਸਵਾ ਮੁਕਾਬਲਾ ਰਿਹਾ। ਲੋਕਾਂ ਨੇ ਜਿਹੜੀ ਗੇਮ ਇੰਜੋਏ ਕੀਤੀ ਕਿਉਂਕਿ ਕਈ ਵਾਰੀ ਇੱਕ ਤਰਫਾ ਗੇਮ ਦੇ ਵਿੱਚ ਫਿਰ ਮਜ਼ਾ ਨਹੀਂ ਆਉਂਦਾ ਜੀ। ਤੋ ਇੱਕ ਹੋਰ ਜਿਹੜੀ ਆਪਾਂ ਗੱਲਬਾਤ ਸਾਂਝੀ ਕਰਦੇ ਜਾਈਏ ਸਰੋਤਿਆਂ ਨਾਲ, ਯੂਜ਼ਲੀ ਕੀ ਹੁੰਦਾ ਆ ਵੀ ਜਦੋਂ ਵੀ ਸੁਪਰ ਬਾਲ ਹੁੰਦਾ ਉਹ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਹੁੰਦੇ ਆ USA ਦੇ, ਉਹ ਇੰਟਰਵਿਊ ਦਿੰਦੇ ਹੈਗੇ ਆ NBC ਨੂੰ, ਕਿਉਂਕਿ ਮੇਰੇ ਖਿਆਲ ਨਾਲ NBC ਨੇ ਰਾਈਟਸ ਲਏ ਸੀ। ਹਾਂਜੀ ਬਿਲਕੁਲ, ਇਸ ਵਾਰੀ ਹਾਂਜੀ। ਸੋ ਇਸ ਵਾਰੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਉਹ ਇੰਟਰਵਿਊ ਦੇਣ ਤੋਂ ਨਾ ਕਰ ਦਿੱਤਾ, ਤੇ ਲਗਭਗ ਪਿਛਲੇ 10 ਸਾਲਾਂ ਤੋਂ ਇੰਟਰਵਿਊਜ਼ ਚੱਲ ਰਹੀਆਂ ਸੀਆਂ। ਪ੍ਰੈਜ਼ੀਡੈਂਟ ਜਾਰਜ W ਬੁਸ਼ ਵੇਲੇ ਵੀ ਹੋਇਆ ਸੀ, ਪਰ ਉਹਨਾਂ ਦਾ ਮੇਨ ਰੀਜ਼ਨ ਉਹਨਾਂ ਨੇ ਇਹੀ ਦੱਸਿਆ ਹੈਗਾ ਵੀ ਜਿਹੜਾ NBC ਆ ਇਹ ਫੇਕ ਨਿਊਜ਼ ਆ, ਸੋ ਆਈ ਡੋਂਟ ਵਾਂਟ ਟੂ ਗਿਵ ਦ ਇੰਟਰਵਿਊ ਔਨ ਦੈਟ, ਹੈ ਨਾ। ਤੇ ਦੂਸਰਾ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਜਿਹੜਾ ਪ੍ਰੋਟੈਸਟ ਚੱਲ ਰਹੇ ਸੀ ਪਿਛਲੇ ਵਾਰੀ NFL ਦੇ ਦੌਰਾਨ, ਉਹ ਤੋਂ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਕਾਫੀ ਜਿਹੜੇ ਅਪਸੈਟ ਸੀਗੇ। ਸੋ ਇਹ ਕਹਿੰਦੇ ਵੀ ਪ੍ਰੋਟੈਸਟ ਜਿਹੜਾ ਨਾ ਕਰੋ, ਅਸੀਂ ਜੋ ਕਹਿੰਦੇ ਬਸ ਉਹੀ ਠੀਕ ਆ। ਤੇ ਇਹ ਗੱਲ ਕਹਿ ਕੇ ਨਕਾਰ ਦੇਣਾ ਇਹ ਵੀ ਕਿਤੇ ਨਾ ਕਿਤੇ ਜਿਹੜੀ ਉਹ ਸ਼ੋਭਦਾ ਨਹੀਂ ਆ। ਬਾਕੀ ਚਲੋ ਉਹਨਾਂ ਦੀ ਮਰਜ਼ੀ ਆ, ਉਹਨਾਂ ਨੇ ਉਹ ਆਪਣਾ ਕੰਮ ਕਰ ਲਿਆ। ਤੇ ਹਰਜੋਤ ਸਿੰਘ ਜੀ ਹੁਣ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਕਾਫੀ ਕੁਛ ਜਿਹੜਾ ਮੈਮੋ ਨੂੰ ਲੈ ਕੇ ਹਰਜੋਤ ਸਿੰਘ ਜੀ ਜਿਹੜਾ ਚੱਲ ਰਿਹਾ, ਕਹਿੰਦੇ ਫੇਜ਼ 2 ਜਿਹੜਾ ਆਉਣ ਵਾਲਾ ਆ। ਤੇ ਜਿਹੜਾ ਡੇਵਿਨ ਨਿਊਨਸ ਨੇ ਪਿਛਲੇ ਦਿਨਾਂ ਦੇ ਵਿੱਚ ਮੈਮੋ ਜਿਹੜਾ ਜ਼ਾਹਰ ਕੀਤਾ ਸੀ, ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਸੀ, ਕਾਫੀ ਜਿਹੜੀਆਂ ਕਿਆਸ ਰਹੀਆਂ ਸੀਗੀਆਂ ਵੀ ਹੋਰ ਪਤਾ ਨਹੀਂ ਕੀ ਕੁਛ ਜਿਹੜਾ ਨਿਕਲੇਗਾ, ਪਰ ਉਹਨਾਂ ਵੱਡਾ ਜਿਹੜਾ ਸਨਸਨੀਖੇਜ਼ ਜਿਹੜਾ ਧਮਾਕਾ ਜਿਸ ਦੀਆਂ ਲੋਕ ਉਮੀਦਾਂ ਲਾਈ ਬੈਠੇ ਸੀ ਜਾਂ ਸਾਰੇ ਜਾਣੇ ਲਾਈ ਬੈਠੇ ਸੀ, ਉਹ ਗੱਲ ਜਿਹੜੀ ਉਹ ਬਣੀ ਨਹੀਂ। ਪਰ ਹੁਣ ਇੱਕ ਚੀਜ਼ ਇਸ ਦੇ ਕਰਕੇ ਹਰਜੋਤ ਸਿੰਘ ਜੀ ਰਫੜ ਇਹ ਪੈਣ ਵਾਲਾ ਆ,
ਕਾਂਗਰਸ ਨੂੰ ਕਿਹਾ ਜਾ ਰਿਹਾ ਆ ਵੀ ਜਿਹੜੀਆਂ ਹੁਣ ਇਦਾਂ ਦੀਆਂ ਏਜੰਸੀਜ਼ ਆ ਉਹ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਸ਼ਾਇਦ ਉਹਨਾਂ ਦੇ ਨਾਲ ਸ਼ੇਅਰ ਨਾ ਕਰਨ। ਕਾਰਨ ਉਹਨਾਂ ਨੇ ਪਿੱਛੇ ਦੱਸ ਰਿਹਾ ਵੀ ਕਹਿੰਦੇ ਅਸੀਂ ਇੱਕ ਇਹ ਸੋਚ ਕੇ ਇਹਨਾਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਵੀ ਇਹ ਲੋਕਾਂ ਦੇ ਸਾਹਮਣੇ ਏਡੀ ਜਲਦੀ ਇਹ ਚੀਜ਼ਾਂ ਨੂੰ ਜਗ ਜ਼ਾਹਰ ਨਹੀਂ ਕਰਨਗੇ ਤੇ ਬਗੈਰ ਸਾਡੀ ਸਲਾਹ ਲਏ ਜਾਂ ਬਗੈਰ ਸਾਡੇ ਤੋਂ ਪੁੱਛੇ ਇਹ ਜਦੋਂ ਇਨਫੋਰਮੇਸ਼ਨ ਇਦਾਂ ਸਾਰਿਆਂ ਦੇ ਸਾਹਮਣੇ ਨਸ਼ਰ ਕਰ ਰਹੇ ਆ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੋਚਾਂਗੇ ਵੀ ਅਸੀਂ ਇਹ ਇਨਫੋਰਮੇਸ਼ਨ ਸ਼ੇਅਰ ਕਾਂਗਰਸ ਦੇ ਨਾਲ ਕਰੀਏ ਕਿ ਨਾ ਕਰੀਏ, ਕਿਉਂਕਿ ਕਾਂਗਰਸ ਆਪਣੇ ਪੱਧਰ ਦੇ ਉੱਤੇ ਜਿਹੜੀ ਨੈਸ਼ਨਲ ਸਿਕਿਉਰਿਟੀ ਇਨਫੋਰਮੇਸ਼ਨ ਆ ਉਹ ਖੁਦ ਜਿਹੜੀ ਉਹ ਸ਼ੇਅਰ ਕਰਨ ਲੱਗੀ ਹੋਈ ਆ ਆਪਣੀ ਮਰਜ਼ੀ ਦੇ ਨਾਲ ਵੀ ਕੋਸ਼ਿਸ਼ ਰੱਖ ਲੈਣਗੇ, ਕੋਸ਼ਿਸ਼ ਜਿਹੜਾ ਉਹ ਛੱਡ ਦੇਣਗੇ। ਸੋ ਇਹ ਚੀਜ਼ ਜਿਹੜੀ ਹੁਣ ਆਉਣ ਵਾਲੇ ਸਮੇਂ ਦੇ ਲਈ ਇੱਕ ਨਵਾਂ ਵਿਵਾਦ ਜਿਹੜਾ ਉਹ ਪੈਦਾ ਹੋ ਰਿਹਾ ਆ। ਪਰ ਇੱਕ ਹੋਰ ਨਾਲ ਜੁੜਦੀ ਹੋਈ ਖਬਰ ਇਹ ਆ ਰਹੀ ਆ ਵੀ ਹੋਰ ਕਈ ਮੈਮੋ ਜਿਹੜੇ ਉਹ ਰਿਲੀਜ਼ ਹੋਣਗੇ ਇਸ ਕਮੇਟੀ ਦੇ ਦੁਆਰਾ। ਜੀ ਸੋ ਇਹਦੇ ਜਿਹੜਾ ਆ ਇੱਕ ਮੈਮੋ ਜਿਹੜਾ ਆ ਹਾਊਸ ਡੈਮੋਕ੍ਰੈਟਿਕ ਪਾਰਟੀ ਵੱਲੋਂ ਜਿਹੜੇ ਉਹਨਾਂ ਦੇ ਇੱਕ ਲੀਡਰ ਹੈਗੇ ਆ ਐਡਮ ਸ਼ਿਫ ਕੈਲੀਫੋਰਨੀਆ ਤੋਂ ਹੈਗੇ ਆ, ਉਹ ਕਹਿੰਦੇ ਵੀ ਮੈਂ ਜਿਹੜਾ ਇਹ ਮੈਮੋ ਰਿਲੀਜ਼ ਕਰਨ ਜਾ ਰਿਹਾ ਉਹਦੇ ਰਿਵਰਟਲ ਦੇ ਵਾਸਤੇ ਜਿਹੜਾ ਕਿ ਪਹਿਲਾਂ ਰਿਪਬਲਿਕਨਸ ਨੇ ਮੈਮੋ ਇਸ਼ੂ ਕੀਤਾ ਸੀ ਤੇ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਕਾਫੀ ਜਿੱਦਾਂ ਨਾਰਾਜ਼ ਆਏ। ਉਹਨਾਂ ਨੇ ਇਹ ਕਿਹਾ ਵੀ ਉਹਦਾ ਨਾਂ ਹੀ ਲਿਟਲ ਐਡਮ ਸ਼ਿਫ ਦੱਸਿਆ ਹੈਗਾ ਵੀ ਉਹ ਇੰਨਾ ਡੈਸਪਰੇਟ ਆ ਵੀ ਹਾਇਰ ਆਫਿਸ ਨੂੰ ਰਨ ਕਰਨ ਦੇ ਲਈ ਤੇ ਹੁਣ ਉਹ ਜਿਹੜਾ ਆ ਲੀਕ ਕਰਨ ਜਾ ਰਿਹਾ ਵਾਸ਼ਿੰਗਟਨ ਦੀ ਇਨਫੋਰਮੇਸ਼ਨ ਤੇ ਬਿਗੈਸਟ ਲਾਇਰ ਆ ਜੇ ਉਹ ਕਾਫੀ ਕੁਛ ਜਿੱਦਾਂ ਕਿਹਾ ਹੈਗਾ। ਪਰ ਦੂਜੇ ਪਾਸੇ ਜਿਹੜੇ ਡੈਬਨ ਨਿਊਨਨਸ ਆ ਉਹਨਾਂ ਨੂੰ ਉਹਨਾਂ ਦੀ ਕਾਫੀ ਤਾਰੀਫ ਕੀਤੀ ਹੈਗੀ ਪ੍ਰੈਜ਼ੀਡੈਂਟ ਟਰੰਪ ਨੇ। ਉਹ ਫਿਰ ਹੈ ਜੀ ਜਿਹੜੀ ਆਪਣੀ ਚੀਜ਼ ਹੁੰਦੀ ਉਹਨਾਂ ਨੇ ਤਾਰੀਫ ਕਰਨੀ ਹੈ, ਦੂਜੇ ਨੂੰ ਉਹਨਾਂ ਨੇ ਮਾੜਾ ਆਖਣਾ। ਇਹ ਤਾਂ ਸ਼ੁਰੂ ਤੋਂ ਹੀ ਆਪਾਂ ਨੇਚਰ ਜਾਣਦੇ ਹਾਂ, ਕੋਈ ਹੋਰ ਕੁਝ ਕਰੇ ਤਾਂ ਇਹਨਾਂ ਨੂੰ ਜਿਹੜੀ ਉਹ ਗੱਲ ਪਚਦੀ ਨਹੀਂ ਹੁੰਦੀ। ਸੋ ਇਹ ਦੇਖਦੇ ਆਉਣ ਵਾਲੇ ਸਮੇਂ 'ਚ ਹੋਰ ਕਿਹੜੇ ਮੈਮੋ ਜਿਹੜੇ ਆ ਉਹ ਆਉਣਗੇ। ਡੋਸੀਅਰ ਦਾ ਵੀ ਉਦੋਂ ਕਾਫੀ ਰੌਲਾ ਪਿਆ ਸੀ, ਇਹਨਾਂ ਦਾ ਹੋਰ ਜਨਾਨੀ ਦੇ ਨਾਲ ਚੱਕਰ ਦਾ ਜਿਹੜਾ ਰੌਲਾ ਪੈ ਚੁੱਕਾ ਆ। ਕਾਫੀ ਜਿਹੜੇ ਸਕੈਂਡਲਸ ਪਹਿਲਾ ਸਾਲ ਜਿਹੜਾ ਰਾਸ਼ਟਰਪਤੀ ਟਰੰਪ ਦਾ ਰਿਹਾ ਆ। ਸੋ ਅਗਲੇ 3 ਸਾਲਾਂ ਦੇ ਵਿੱਚ ਹੋਰ ਕੀ ਹੋਵੇਗਾ ਇਹ ਤਾਂ ਜਿਹੜਾ ਭਵਿੱਖ ਹੀ ਦੱਸੂਗਾ। ਪਰ ਰੌਲਾ ਰੱਪਾ ਇਸ ਕਰਕੇ ਜਿਹੜਾ ਹੁਣ ਜ਼ਿਆਦਾ ਖਾਸਾ ਆ ਵੀ ਸ਼ਾਇਦ ਆਉਣ ਵਾਲੇ ਸਮੇਂ 'ਚ ਜਿਹੜੀ FBI CIA ਵਾਲੇ ਆ ਉਹ ਜ਼ਿਆਦਾ ਜਿਹੜੀਆਂ ਚੀਜ਼ਾਂ ਆ ਉਹ ਰਿਡੈਕਟ ਕਰਕੇ ਹੀ ਜਿਹੜੀਆਂ ਕਾਂਗਰਸ ਤੋਂ ਉਹ ਰੱਖ ਸਕਦੇ ਆ ਵੀ ਕਿਉਂਕਿ ਇਹਨਾਂ ਨੇ ਇਹ ਜਿਹੜੀ ਇਸ ਟਾਈਮ ਮੈਮੋ ਬਗੈਰ ਉਹਨਾਂ ਦੀ ਮਰਜ਼ੀ ਤੋਂ, ਜਦ ਕਿ ਉਹਨਾਂ ਨੇ ਪਬਲਿਕਲੀ ਆਖਿਆ ਸੀਗਾ ਵੀ ਇਹ ਚੀਜ਼ਾਂ ਜਿਹੜੀਆਂ ਨਾ ਰਿਲੀਜ਼ ਕੀਤੀਆਂ ਜਾਣ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਵੱਲ ਜਿਹੜਾ ਆਪਾਂ ਵੱਧਦੇ ਆ, ਲੈਰੀ ਨਾਸਰ ਜਿਹੜਾ ਆ ਉਸ ਨੂੰ ਜਿਹੜਾ ਉਸ ਦਿਨ ਵਕੀਲ ਨੇ ਤਾਂ ਸਜ਼ਾ ਜਿਹੜੀ ਉਹ ਸੁਣਾਈ ਦਿੱਤੀ ਸੀਗੀ। ਈਟਨ ਕਾਉਂਟੀ ਦੇ ਵਿੱਚ ਵੀ ਇਸ ਨੂੰ 40 ਤੋਂ 125 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਦੁਬਾਰਾ ਸੁਣਾ ਦਿੱਤੀ ਗਈ ਆ। ਜਦੋਂ ਉਸ ਟਾਈਮ ਦੇ ਉੱਤੇ ਜੱਜ ਨੇ ਇੱਕ ਜਿਹੜੇ ਪਹਿਲੋਂ ਰੋਜ਼ਮੈਰੀ ਜਿਹੜੇ ਜੱਜ ਸੀਗੀ ਉਹਨਾਂ ਨੇ 145 ਸਾਲਾਂ ਦੀ ਉਹਨੂੰ ਸਜ਼ਾ ਸੁਣਾਈ ਸੀ। ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜੀਆਂ ਹੋਰ ਕਈ ਲੋਕਾਂ ਦੀਆਂ ਉਹਨਾਂ ਨੇ ਕਹਿ ਲਓ ਵੀ ਇੰਟਰਵਿਊਜ਼ ਜਿਹੜੀਆਂ ਸ਼ਾਮਿਲ ਕੀਤੀਆਂ ਸੀਗੀਆਂ, ਵਿਕਟਮਸ ਜਿਹੜੇ ਆ ਹੋਰ ਵੀ ਉਸ ਤੋਂ ਬਾਅਦ ਦੇ ਵਿੱਚ ਸਾਹਮਣੇ ਆਏ ਸੀ। ਇੱਕ ਹੋਰ ਉਦੋਂ ਵਿਵਾਦ ਰਿਹਾ ਵੀ 2 ਕੁੜੀਆਂ ਦਾ ਪਿਓ ਉਸਨੇ ਇਸ ਦੇ ਉੱਤੇ ਹਮਲਾ ਕਰਨ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਸੀ ਅਦਾਲਤ ਦੇ ਵਿੱਚ। ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਜੱਜ ਜੈਨਿਸ ਕਨਿੰਗਹੈਮ ਉਹਨਾਂ ਨੇ ਘੱਟੋ ਘੱਟ 40 ਤੇ ਮੈਕਸੀਮਮ 125 ਸਾਲਾਂ ਦੀ ਜਿਹੜੀ ਸਜ਼ਾ ਈਟਨ ਕਾਉਂਟੀ ਦੇ ਵਿੱਚ ਜਿਹੜੇ ਕ੍ਰਾਈਮ ਕੀਤੇ ਆ ਉਸਨੇ ਉਸ ਦੇ ਵਿੱਚ ਉਸਨੂੰ ਸੁਣਾ ਦਿੱਤੀ ਆ। ਤੇ US ਜਿਮਨੈਸਟ ਦੇ ਜਿੰਨੇ ਵੀ ਹੋਰ ਵੱਡੇ ਅਹੁਦਿਆਂ ਦੇ ਉੱਤੇ ਜਿਹੜੇ ਸੀਗੇ, ਜਿੰਨੇ ਵੀ ਲੀਡਰ ਸੀ, ਉਹਨਾਂ ਸਾਰਿਆਂ ਨੇ ਇਸ ਪੂਰੇ ਵਿਵਾਦ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਕਿਉਂਕਿ ਉਹਨਾਂ ਦੀ ਨੱਕ ਹੇਠ ਇੰਨਾ ਘਿਨਾਉਣੇ ਕੰਮ ਜਿਹੜੇ ਹੁੰਦੇ ਰਹੇ ਜਿਸ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਹੁੰਦੀਆਂ ਰਹੀਆਂ ਪਰ ਜਿਹੜੀਆਂ ਉਹ ਠੀਕ ਨਾ ਕਰ ਸਕੇ ਜਾਂ ਉਸ ਦੇ ਉੱਤੇ ਕੋਈ ਐਕਸ਼ਨ ਜਿਹੜਾ ਉਹ ਨਾ ਲੈ ਸਕੇ। ਤੇ ਹੁਣ ਜਦੋਂ ਅਦਾਲਤ ਦੇ ਵਿੱਚ ਇਹ ਹੁਣ ਫੈਸਲੇ ਆ ਰਹੇ ਨੇ ਤਾਂ ਹੁਣ ਉਹਨਾਂ ਨੂੰ ਸ਼ਰਮਿੰਦਿਆਂ ਹੋ ਕੇ ਜਿਹੜੇ ਉਹ ਅਸਤੀਫੇ ਦੇਣੇ ਪੈ ਰਹੇ ਹਨ। ਜੀ ਅਗਲੀ ਖਬਰ ਵੱਲ ਆਈਏ ਜਿਹੜੀ ਉਹ ਵੀ ਸੁਪਰ ਬਾਲ ਦੇ ਨਾਲ ਰਿਲੇਟਡ ਆ। ਰਾਜਕਨਵੀਰ ਸਿੰਘ ਜੀ ਕਹਿੰਦੇ ਪਈ ਇੱਕ ਕਮਰਸ਼ੀਅਲ ਜਿਹੜਾ ਫਲਾਈਟ ਸੀਗੀ ਉਹਦੇ ਵਿੱਚ ਇੱਕ ਡਾਕੂਮੈਂਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਮਿਲੇ ਜਿਹਦੇ ਵਿੱਚ ਪੂਰੀ ਡਿਟੇਲਡ ਇਨਫੋਰਮੇਸ਼ਨ ਸੀ ਕਿਸ ਤਰ੍ਹਾਂ ਅਗਰ ਜਿਹੜੇ ਟੈਰਰਿਜ਼ਮ ਆ ਉਹ ਅਟੈਕ ਕਰਦਾ ਹੈਗਾ ਆ ਸੁਪਰ ਬਾਲ ਦੀ ਗੇਮ ਦੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਐਂਥਰੈਕਸ ਦਾ ਕੈਮੀਕਲ ਦਾ ਜਿਹੜਾ
ਅਟੈਕ ਕਰਦੇ ਕਿਸੇ ਵੀ ਤਰੀਕੇ ਬਾਇਓਕੈਮੀਕਲ ਅਟੈਕ ਹੋ ਸਕਦਾ। ਸੋ ਇਹ ਇੱਕ ਸਾਇੰਟਿਸਟ ਸੀਗਾ, ਉਹ ਟਰੈਵਲ ਕਰ ਰਿਹਾ ਸੀ ਤੇ ਉਹ ਰਿਪੋਰਟ ਉੱਥੇ ਛੱਡ ਗਿਆ ਪਿੱਛੇ ਪਲੇਨ ਦੇ, ਜਦ ਕਿ ਉਹ ਕਹਿੰਦੇ ਵੀ ਬਹੁਤ ਉਹਦੇ ਤੇ ਬੜਾ ਡਿਟੇਲ 'ਚ ਲਿਖਿਆ ਸੀ ਵੀ ਇਹ ਜਿਹੜੀ ਰਿਪੋਰਟ ਹੈ ਕਿਸੇ ਨਾਲ ਸਾਂਝੀ ਨਹੀਂ ਕਰਨੀ, ਹਮੇਸ਼ਾ ਲੌਕ 'ਚ ਰੱਖਣੀ ਚਾਹੀਦੀ ਆ, ਕਿਸੇ ਪਬਲਿਕ ਕੋਲ ਨਹੀਂ ਜਾਣੀ ਚਾਹੀਦੀ ਹੈਗੀ। ਤੇ ਇਹਦਾ ਜਿਹੜਾ ਹੁਣ ਕਾਫੀ ਵੱਡਾ ਇਸ਼ੂ ਬਣਿਆ ਤੇ ਰਿਪੋਰਟ ਆਲਰੇਡੀ ਜਿੱਦਾਂ ਹੁਣ ਫੇਸਬੁੱਕ ਤੇ ਵੀ ਸਾਰੇ ਜਿੱਦਾਂ ਨਿਊਜ਼ ਦੇ ਵਿੱਚ ਘੁੰਮ ਰਹੀ ਹੈਗੀ ਆ। ਬਿਲਕੁਲ, ਇਹ ਜਿਹੜਾ ਤੁਸੀਂ ਦੱਸ ਰਹੇ ਆ ਵੀ ਜਿਹੜਾ ਬੰਦਾ ਲਈ ਜਾਂਦਾ ਸੀਗਾ ਉਸ ਰਿਪੋਰਟ ਨੂੰ, ਉਹ ਬੈਕ ਪਾਕਟ ਜਿਹੜੀ 에ਅਰਪਲੇਨ ਦੀ ਹੁੰਦੀ, ਜਦੋਂ ਆਪਾਂ ਬੈਠਦੇ ਆ ਪਿੱਛੇ ਮਾੜੀ ਜਿਹੀ ਜਿਹੜੀ ਜਗ੍ਹਾ ਹੁੰਦੀ ਆ, ਉੱਥੇ ਉਹ ਛੱਡ ਗਿਆ। ਤੇ ਕਹਿੰਦੇ ਇੱਕ CNN ਦਾ ਜਿਹੜਾ EMPLOYEE ਸੀ ਉਸ ਦੇ ਹੱਥੇ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਲੱਗੀ, ਜਦ ਉਸ ਤੋਂ ਬਾਅਦ 'ਚ ਜਿਹੜੀ CNN ਨੇ ਸਟੋਰੀ ਜਿਹੜੀ ਉਹ ਬ੍ਰੇਕ ਕੀਤੀ ਸੀ, ਉਸ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਲਿਖਿਆ ਸੀਗਾ ਫਾਰ ਓਫੀਸ਼ੀਅਲ ਯੂਜ਼ ਓਨਲੀ ਤੇ ਇੰਪੋਰਟੈਂਟ ਫਾਰ ਨੈਸ਼ਨਲ ਸਿਕਿਉਰਿਟੀ। ਸੋ ਇਹ ਜਿਹੜੀਆਂ ਚੀਜ਼ਾਂ ਸੀ, ਆਫਟਰ ਐਕਸ਼ਨ ਲਿਖਿਆ ਸੀਗਾ, ਇੱਕ ਡਰਾਫਟ ਸੀਗਾ ਵੀ ਜਿੱਦਾਂ ਤੁਸੀਂ ਦੱਸਿਆ ਵੀ ਜੇ ਕੋਈ ਬਾਇਓਕੈਮੀਕਲ ਅਟੈਕ ਹੁੰਦਾ ਤੇ ਕੀ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਕਰਨਾ ਆ, ਕਿਉਂਕਿ ਇਹ ਇੱਕ ਮਸਲਾ ਜਿਹੜਾ ਖਤਰੇ ਵਾਲਾ ਹਰਜੋਤ ਸਿੰਘ ਜੀ ਹੁੰਦਾ, ਕਿਉਂਕਿ ਇਹਨਾਂ ਨੇ ਹਰ ਇੱਕ ਰਾਹ ਜਿਹੜਾ ਉਹ ਦੇਖਣਾ ਹੁੰਦਾ ਆ ਵੀ ਜੇ ਰੱਬ ਨਾ ਕਰੇ ਇਦਾਂ ਕੁਛ ਹੁੰਦਾ ਆ ਤੇ ਲੋਕਾਂ ਨੂੰ ਕਿੱਦਾਂ ਬਚਾਉਣਾ ਆ, ਪੂਰੀ ਜਨਤਾ ਨੂੰ ਕਿੱਦਾਂ ਬਣਾਉਣਾ, ਕੁਆਰੰਟਾਈਨ ਕਿੱਦਾਂ ਕਰਨਾ ਆ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ। ਤਕਰੀਬਨ 1 ਲੱਖ ਹਰਜੋਤ ਸਿੰਘ ਜੀ ਲੋਕ ਦਰਸ਼ਕ ਜਿਹੜੇ ਉਸ ਮੈਚ ਨੂੰ ਦੇਖਣ ਦੇ ਲਈ ਪਹੁੰਚੇ ਹੋਏ ਸੀਗੇ। ਸੋ ਬਹੁਤ ਵੱਡਾ ਜਿਹੜਾ ਇੱਕ ਆંકੜਾ ਆਪਾਂ ਕਹਿ ਸਕਦੇ ਹਾਂ ਲੋਕਾਂ ਦਾ ਸੀਗਾ। ਤੇ ਜੇ ਇਸ ਨੂੰ ਜੇ ਇਦਾਂ ਦੀ ਚੀਜ਼ ਦੱਸੀ ਜਾਂਦੀ ਹੈ ਤਾਂ ਜੇ ਕੋਈ ਸੋਚ ਰਿਹਾ ਆ ਉਹਨਾਂ ਨੂੰ ਕਾਫੀ ਕੁਛ ਇਸ ਤੋਂ ਜਿਹੜਾ ਪਤਾ ਲੱਗ ਸਕਦਾ ਹੈ ਵੀ ਇਹ ਕੀ ਜਿਹੜਾ ਸੋਚੀ ਬੈਠੇ ਆ ਤੇ ਉਹਦੇ ਇਰਦ ਗਿਰਦ ਜਿਹੜਾ ਆਪਣੇ ਪਲਾਨ ਨੂੰ ਜਿਹੜਾ ਉਹ ਚੇਂਜ ਕਰ ਸਕਦੇ ਆ। ਸੋ ਇਹ ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਮਸਲੇ ਆ, ਬੜੇ ਹੀ ਸਾਵਧਾਨ ਹੋ ਕੇ ਬੜੇ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਨਜਿੱਠਣਾ ਚਾਹੀਦਾ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਬ੍ਰੌਡਕਾਮ ਕੰਪਨੀ ਆ, ਕਹਿੰਦੇ ਵੀ ਟੈਕਨੋਲੋਜੀ ਦੇ ਵਿੱਚ ਇਸ ਵਾਰੀ ਸਭ ਤੋਂ ਬਿਗੇਸਟ ਐਕੁਜੀਸ਼ਨ ਮੇ ਵੀ ਹੋਣ ਜਾ ਰਿਹਾ। ਕਹਿੰਦੇ ਬ੍ਰੌਡਕਾਮ ਕੁਆਲਕਾਮ ਨੂੰ ਆਫਰ ਕੀਤਾ ਬਾਈਕਾਨ ਦਾ $123 ਬਿਲੀਅਨ ਦੇ ਵਿੱਚ। ਜੀ, ਸੋ ਕਾਫੀ ਜਿਹੜੀਆਂ ਵੱਡੀਆਂ ਕੰਪਨੀਆਂ ਦਾ ਜਿਹੜਾ ਮਰਜਰ ਇੱਕ ਹਿਸਾਬ ਦੇ ਨਾਲ, ਦੋਨੋਂ ਹੀ ਆਪਣੇ ਪੱਧਰ ਦੇ ਉੱਤੇ ਹਰਜੋਤ ਸਿੰਘ ਜੀ ਕਾਫੀ ਵੱਡੀਆਂ ਕੰਪਨੀਆਂ ਨੇ। ਜਿਹੜੇ ਆਪਾਂ ਵਾਈਫਾਈ ਯੂਜ਼ ਕਰਦੇ ਆ, ਇਹਨਾਂ ਦੇ ਬਹੁਤ ਸਾਰੇ ਪ੍ਰੋਸੈਸਰ ਆਪਣੇ ਫੋਨਸ ਦੇ ਵਿੱਚ ਅਕਸਰ ਜਿਹੜੇ ਇਹਨਾਂ ਕੰਪਨੀਆਂ ਦੇ ਆਪਾਂ ਯੂਜ਼ ਕਰਦੇ ਆ। ਸੋ ਕਾਫੀ ਵੱਡਾ ਮਰਜਰ ਜਿਹੜਾ ਆ ਉਹ ਹੋ ਸਕਦਾ ਆ ਤੇ ਇੱਕ ਆਪਣੇ ਵੱਲੋਂ ਇੱਕ ਹੋਰ ਵਧੀਆ ਪ੍ਰੋਡਕਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਆਮ ਜੀਆਂ ਗੱਲਾਂ ਨੇ ਵੈਸੇ ਹਰਜੋਤ ਸਿੰਘ ਜੀ, ਜਿਹੜੀਆਂ ਕੰਪਨੀਆਂ ਇੱਕ ਦੂਜੇ ਨੂੰ ਬਾਏ ਮਰਜਰ ਜਿਹੜੀ, ਪਰ ਇੰਨਾ ਵੱਡੇ ਅਮਾਉਂਟ ਦੇ ਵਿੱਚ ਜਿੱਦਾਂ ਕਾਫੀ ਵੱਡੀ ਇਹ ਕਹਿੰਦੇ ਟੈਕਨੋਲੋਜੀ ਦੇ ਵਿੱਚ ਇਹ ਜਿਹੜੀ ਇੱਕ ਤਰ੍ਹਾਂ ਨਾਲ ਹਿਸਟਰੀ ਆ ਵੀ $120 ਬਿਲੀਅਨ ਦੇ ਵਿੱਚ ਜਿਹੜੀ ਕੰਪਨੀਆਂ ਬਾਈ ਹੋਣੀ ਹੈਗੀ ਆ। ਜੀ ਜੀ, ਤੇ ਉਹਨਾਂ ਨੇ ਇਹੀ ਕਿਹਾ ਬ੍ਰੌਡਕਾਮ ਨੇ ਵੀ ਕਹਿੰਦੇ ਸਾਡੀ ਸਭ ਤੋਂ ਬੈਸਟ ਤੇ ਜਿਹੜੀ ਫਾਈਨਲ ਆਫਰ ਹੈਗੀ ਆ ਇਹਦੇ ਲਈ। ਜੀ ਜੀ, ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਆ ਉਹ ਆਪਾਂ ਕਰਦੇ ਆ, ਜਿਹੜੀ ਆ ਰਹੀ ਆਪਣੇ ਕੋਲ ਫ੍ਰੈਜ਼ਨੋ ਤੋਂ, ਖਾਸ ਕਰਕੇ ਜਿਹੜੀ ਆ ਸੈਂਟਰਲ ਵੈਲੀ ਤੋਂ ਜਿਹੜੀ ਇਹ ਖਬਰ ਆ ਰਹੀ ਆ। ਕਹਿੰਦੇ ਵੀ ਇਸ ਸਾਲ ਜਿਹੜੇ ਕੈਲੀਫੋਰਨੀਆ ਦੇ ਲੋਕ ਆ ਉਹਨਾਂ ਦੇ ਲਈ ਖਾਸ ਕਰਕੇ ਕਹਿ ਲਓ ਵੀ ਖੁਸ਼ੀ ਵਾਲਾ ਮੌਕਾ ਆ। ਖਾਸ ਕਰਕੇ ਜਿਹੜੇ ਸਿੱਖ ਨੇ, ਕੋਰੀਅਨ ਨੇ, ਵੀਅਤਨਾਮੀ ਆ, ਕੰਬੋਡੀਅਨ ਆ, ਕੋਰੀਅਨ, ਫਿਲੀਪੀਨੋ ਤੇ ਹਮੋਂਗ ਅਮਰੀਕਨਸ, ਇਹ ਸਾਰੇ ਜਿੰਨੇ ਨੇ ਉਹਨਾਂ ਦੇ ਲਈ ਜਿਹੜੇ ਸੈਕਟਰੀ ਆਫ ਸਟੇਟ ਐਲੈਕਸ ਪਡੀਲਾ ਆ, ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਵੀ ਜਿਹੜੀਆਂ ਬੈਲਟਸ ਹੋਣਗੀਆਂ, ਜਿਹੜੀਆਂ ਫੋਟੋ ਸਟੇਟ ਵਾਲੀਆਂ ਬੈਲਟਸ ਹੋਣਗੀਆਂ, ਜਿਹੜੀਆਂ ਹੋਰ ਹੋਣਗੀਆਂ, ਉਹ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ, ਉਹਨਾਂ ਦੀਆਂ ਬੋਲੀਆਂ ਦੇ ਵਿੱਚ ਜਿਹੜੀਆਂ ਲਿਖ ਕੇ ਜਿਹੜੀਆਂ ਉਹ ਆਉਣਗੀਆਂ। ਸੋ ਕਾਫੀ ਕਾਉਂਟੀਜ਼ ਦੇ ਵਿੱਚ ਜਿਹੜੇ ਖਾਸ ਕਰਕੇ ਇੰਟਰਨੈਸ਼ਨਲ ਕਹਿ ਲਓ ਵੀ ਲੋਕ ਆ ਕੇ ਇੱਥੇ ਆ ਕੇ ਵਸੇ ਨੇ ਜਿਹੜੇ, ਕਿਉਂਕਿ ਇਮੀਗ੍ਰੈਂਟਸ ਦਾ ਜਿਹੜਾ ਮੁਲਕ ਆ, ਵੱਖ-ਵੱਖ ਜਿਹੜੇ ਬੈਕਗਰਾਊਂਡਸ ਤੋਂ ਲੋਕ ਇੱਥੇ ਜਿਹੜੇ ਉਹ ਪਹੁੰਚਦੇ ਨੇ ਤੇ ਉਹਨਾਂ ਦੀ ਜਿਹੜੀ ਭਾਸ਼ਾ ਦੇ ਵਿੱਚ ਲਿਖੇ ਹੋਏ ਜਿਹੜੇ ਵੋਟਰਸ ਆ, ਵੋਟਿੰਗ ਵਾਲੇ ਜਿਹੜੇ ਬੈਲਟ ਆ, ਉਹ ਹੁਣ ਛਪਣਗੇ। ਉਹ ਕਾਰਨ ਪਿੱਛੇ ਉਸਦੇ ਇਹ ਦੱਸਿਆ ਜਾਂਦਾ ਹੈ ਵੀ ਉਹ ਚਾਹੁੰਦੇ ਨੇ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਵੋਟਿੰਗ ਦੇ ਵਿੱਚ ਹਿੱਸਾ ਲੈਣ, ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਆ ਇਸ ਕਰਕੇ ਵੋਟਿੰਗ ਦੇ ਵਿੱਚ ਹਿੱਸਾ ਨਹੀਂ ਲੈ ਪਾਉਂਦੇ ਵੀ ਉਹ ਕਿਹੜੇ ਜਿਹੜੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਲਿਖਿਆ ਕੀ ਆ, ਕਿਹੜੇ ਵਾਲੇ ਨੂੰ ਵੋਟ ਪਾਈਏ, ਕਿਹੜੇ ਵਾਲੇ ਨੂੰ ਨਾ ਪਾਈਏ, ਸਮਝ ਉਹਨਾਂ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਨਹੀਂ ਆਉਂਦੀ, ਜਾਂ ਪੜ੍ਹਨ ਦੇ ਵਿੱਚ ਜਾਂ ਸਮਝਣ ਦੇ ਵਿੱਚ ਉਹਨਾਂ ਨੂੰ ਥੋੜ੍ਹੀ ਤਕਲੀਫ ਆ। ਸੋ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਉਹ ਲਿਖ ਕੇ ਹੁਣ ਬੈਲਟ ਆ ਉਹ ਆਇਆ ਕਰਨਗੇ। ਜੀ ਬਿਲਕੁਲ, US ਸੈਂਸਸ ਸਰਵਿਸ ਨੇ ਜਿਹੜਾ ਡਾਟਾ ਵੀ ਰੀਸੈਂਟਲੀ ਇੱਕ ਰਿਲੀਜ਼ ਕੀਤਾ ਸੀ ਵੀ ਜਿਹੜੀ ਪੰਜਾਬੀ ਆ 10th ਮੋਸਟ ਸਪੋਕਨ ਲੈਂਗੁਏਜ
ਕੈਲੀਫੋਰਨੀਆ ਸਟੇਟ ਦੇ ਵਿੱਚ ਹੈਗੀ ਆ। ਜੀ ਜੀ ਜੀ। ਸੋ ਬਿਲਕੁਲ ਆਪਾਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਵੀ ਇਲੈਕਸ਼ਨ ਹੁੰਦੀਆਂ ਤੇ ਆਪਾਂ ਹਰ ਇੱਕ ਇਸ਼ੂ ਦੇ ਉੱਤੇ ਡਿਸਕਸ ਕਰਦੇ ਆ ਵੀ ਕਿਹੜੇ ਬੰਦੇ ਨੂੰ ਵੋਟ ਪਾਣੀ ਚਾਹੀਦੀ ਆ, ਕਿਹੜੇ ਇਸ਼ੂ ਨੂੰ, ਕਿਹੜੇ ਮੇਜਰ ਨੂੰ ਵੋਟ ਪਾਣੀ ਚਾਹੀਦੀ ਆ ਕਿ ਨਹੀਂ ਪਾਣੀ ਚਾਹੀਦੀ। ਹੁਣ ਤੁਸੀਂ ਪੰਜਾਬੀ 'ਚ ਖੁਦ ਪੜ੍ਹ ਸਕਦੇ ਆ ਤੇ ਡਿਸਾਈਡ ਕਰ ਸਕਦੇ ਆ। ਪ੍ਰੋਬਲਮ ਕੀ ਆ ਵੀ ਰਾਜਕਰਮਵੀਰ ਸਿੰਘ ਜੀ, ਆਪਾਂ ਨੂੰ ਵੀ ਹੁਣ ਕਾਫੀ ਸਮਾਂ ਹੋ ਗਿਆ ਜਿਹੜਾ ਅਪਡੇਟ ਅਮਰੀਕਾ ਦਾ ਪ੍ਰੋਗਰਾਮ ਕਰਨ ਦਾ। ਸਾਡਾ ਮੇਨ ਰੀਜ਼ਨ ਇਹ ਸੀ ਵੀ ਜਿੱਥੇ ਆਪਾਂ ਰਹਿੰਦੇ ਆ ਇੱਥੇ ਵੱਧ ਤੋਂ ਵੱਧ ਇਨਵੋਲਵ ਹੋਈਏ। ਮੈਂ ਕੁਛ ਕੁ ਦਿਨਾਂ ਤੋਂ ਦੇਖ ਰਿਹਾ ਸੀ ਪੂਰਾ ਪੰਜਾਬੀ ਮੀਡੀਆ, ਉਹਨਾਂ ਨੇ ਜ਼ੋਰ ਇਹਦੇ ਤੇ ਲਾਇਆ ਵੀ ਵਿੱਕੀ ਗੌਂਡਰ ਦਾ ਜਿਹੜਾ ਮੁਕਾਬਲਾ ਝੂਠਾ ਹੋਇਆ, ਕਾਹਤੇ ਹੋਇਆ, ਕੀ ਹੋਇਆ, ਹੈ ਨਾ। 2-2 ਘੰਟੇ ਦੇ ਟਾਕ ਸ਼ੋ, ਅਖਬਾਰਾਂ ਪੂਰੀਆਂ ਭਰੀਆਂ ਪਈਆਂ। ਤੁਸੀਂ ਪਿੱਛੇ ਇੰਨਾ ਜ਼ੋਰ ਲਾ ਕੇ ਦੇਖ ਲਿਆ, ਇੰਨੀਆਂ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਕਹੇ ਕਿਸੇ ਨੇ ਉੱਥੇ ਚੇਂਜ ਨਹੀਂ ਹੋਣਾ। ਜਿੱਥੇ ਤੁਸੀਂ ਚੇਂਜ ਨਹੀਂ ਕਰ ਸਕਦੇ ਉੱਥੇ ਦਾ ਰੌਲਾ ਪਾਈ ਜਾਂਦੇ, ਤੇ ਜਿੱਥੇ ਤੁਸੀਂ ਚੇਂਜ ਕਰ ਸਕਦੇ ਉੱਥੇ ਤੁਸੀਂ ਬੋਲਦੇ ਨਹੀਂ। ਮੈਂ ਪਿਛਲੇ ਵੀਕ ਦੇਖ ਰਿਹਾ ਸੀ ਵੀ ਕਿਸ ਤਰ੍ਹਾਂ ਜਿਹੜੇ 150 ਤੋਂ ਵੱਧ ਜਿਹੜੇ H1 ਵੀਜ਼ੇ ਵਾਲੇ ਆ ਇੰਡੀਅਨ ਕਮਿਊਨਿਟੀ ਦੇ, ਉਹਨਾਂ ਨੇ ਵਾਈਟ ਹਾਊਸ ਦੇ ਸਾਹਮਣੇ ਜਾ ਕੇ ਪ੍ਰੈਜ਼ੀਡੈਂਟ ਟਰੰਪ ਦੇ ਹੱਕ ਦੇ ਵਿੱਚ ਜਿੱਦਾਂ ਇੱਕ ਤਰ੍ਹਾਂ ਨਾਲ ਉਹ ਨਹੀਂ ਸਪੋਰਟ ਕੀਤੀ ਆ। ਉਹਨੇ ਫੱਟੀਆਂ ਫੜੀਆਂ ਸੀ ਵੀ ਮੈਰਿਟ ਬੇਸ ਸਿਸਟਮ ਜਿਹੜਾ ਹੋਣਾ ਚਾਹੀਦਾ ਹੈਗਾ ਆ। ਭਈ ਉਹਦੇ 'ਚ ਸਾਨੂੰ ਸਾਰਿਆਂ ਨੂੰ ਪਤਾ ਵੀ ਜੇ ਮੈਰਿਟ ਬੇਸ ਸਿਸਟਮ ਤੇ ਇਮੀਗ੍ਰੇਸ਼ਨ ਹੋਈ ਹੈਗੀ ਆ ਤੇ ਨੈਚੁਰਲੀ ਉਹਨਾਂ ਨੂੰ ਫਾਇਦਾ ਹੋਣਾ, ਕਿਉਂਕਿ ਜਿਹਨੂੰ ਉੱਥੋਂ ਬੈਚਲਰ, ਮਾਸਟਰ, PhD ਕੀਤੀ ਆ ਤੇ ਉਹਨਾਂ ਦੇ ਪੁਆਇੰਟ ਜ਼ਿਆਦੇ ਹੋਣੇ ਆ, ਜਿਸ ਤਰ੍ਹਾਂ ਮੈਰਿਟ ਬੇਸ ਸਿਸਟਮ ਕੈਨੇਡਾ 'ਚ ਹੈਗਾ ਆ। ਤੇ ਆਪਣੀ ਸਾਰੀ ਕੌਮ ਜਿਹੜੀ ਪੰਜਾਬੀ ਸੁੱਤੀ ਪਈ ਆ। ਤੇ ਦੂਸਰੇ ਪਾਸੇ ਕਿੰਨੇ ਸਰਵੇ ਹੋਏ ਆ, ਕਿੰਨੀਆਂ ਰਿਪੋਰਟਸ ਆ ਵੀ ਜੇ ਫੈਮਿਲੀ ਵੇਸਡ ਵੀਜ਼ਾ ਜਿਹੜਾ ਹੁੰਦਾ ਆ ਉਹ ਕਮਿਊਨਿਟੀ ਦੇ ਲਈ ਬਹੁਤ ਵਧੀਆ ਹੁੰਦਾ ਆ। ਵੀ ਜੇ ਤੁਹਾਡੇ ਜਿਹੜੇ ਇੱਥੇ ਲੋਕ ਰਹਿੰਦੇ ਆ ਆਪਣੇ ਪੇਰੈਂਟਸ ਨੂੰ, ਪੂਰੀ ਫੈਮਿਲੀ ਨੂੰ ਜੋੜਦੇ ਆ, ਉਹਦੇ ਨਾਲ USA ਨੂੰ ਵੀ ਫਾਇਦਾ ਹੁੰਦਾ। ਵੀ ਪਹਿਲਾਂ ਅੱਜ ਤੋਂ ਦੇਖੋ 20-25 ਸਾਲ ਪਹਿਲਾਂ ਜਦੋਂ ਪੂਰੀਆਂ ਫੈਮਿਲੀਆਂ ਇੱਥੇ ਨਹੀਂ ਸੀ, ਬਹੁਤ ਲੋਕ ਇੰਡੀਆ ਨੂੰ ਪੈਸੇ ਭੇਜੀ ਜਾਂਦੇ ਸੀ, ਆਪਣੇ ਮੁਲਕਾਂ ਨੂੰ ਪੈਸੇ ਭੇਜੀ ਜਾਂਦੇ ਸੀ। ਹੁਣ ਸਾਰਿਆਂ ਨੇ ਬੰਦ ਕੀਤੇ ਹੋ ਵੀ ਨਹੀਂ, ਅਸੀਂ ਨਹੀਂ ਉੱਥੇ ਪ੍ਰਾਪਰਟੀ ਖਰੀਦਣੀ, ਕੋਈ ਚੀਜ਼ ਨਹੀਂ ਖਰੀਦਣੀ, ਕਿਉਂਕਿ ਆਪਾਂ ਇੱਥੇ ਰਹਿੰਦੇ, ਇੱਥੇ ਖਰੀਦੀਏ। ਜੀ ਸੋਚ USA ਨੂੰ ਵੀ ਫਾਇਦਾ ਹੁੰਦਾ। ਤੇ ਜਦੋਂ ਫੈਮਿਲੀ ਇਕੱਠੀ ਰਹਿੰਦੀ ਆ ਉਹਦਾ ਹਰ ਇੱਕ ਸੋਸ਼ਲੀ ਬੜਾ ਫਾਇਦਾ ਹੁੰਦਾ ਹੈਗਾ, ਪਰਿਵਾਰ ਇਕੱਠਾ ਰਹਿੰਦਾ। ਸੋ ਇਹਦੇ ਤੇ ਬਹੁਤ ਸਾਰੇ ਜਿਹੜੇ USA ਦੇ ਜਿਹੜੇ ਸੋਸ਼ੀਓਲੋਜਿਸਟ ਆ ਉਹਨਾਂ ਨੇ ਰਿਪੋਰਟਸ ਕੀਤੀਆਂ ਹੈਗੀਆਂ। ਸੋ ਆਪਾਂ ਨੂੰ ਵੀ ਜਿੱਥੇ ਨਾ ਜਿੱਥੇ ਕਿਤੇ ਕੋਈ ਇਮੀਗ੍ਰੇਸ਼ਨ ਦਾ ਮਸਲਾ ਹੁੰਦਾ ਆ, ਚਾਹੇ ਲੀਗਲ ਆ, ਇਲੀਗਲ ਆ, ਕੁਛ ਵੀ, ਉਹ 'ਚ ਰਲ ਕੇ ਹਾਂ ਦਾ ਨਾਰਾ ਮਾਰਨਾ ਚਾਹੀਦਾ। ਫਿਰ ਆਪਾਂ ਸੁੱਤੇ ਰਹਿੰਦੇ, ਫਿਰ ਸਾਨੂੰ ਫੋਨ ਆਉਂਦੇ ਆ ਕਈ ਵਾਰ ਰਾਤ ਨੂੰ 10-10 ਵਜੇ ਵੀ ਰਾਜਕਰਮਵੀਰ ਸਿੰਘ ਜੀ ਫੋਨ ਆਉਂਦੇ ਆ ਭਈ ਜੀ ਉਹ ਸਾਡੇ ਹੁਣ ਫੈਮਿਲੀ ਦਾ ਅਪਲਾਈ ਕੀਤਾ, ਕੀ ਬਣੂਗਾ, ਸਾਡੇ ਨਿਆਣਿਆਂ ਦਾ ਕੀ ਬਣੂ। ਤੁਸੀਂ ਕਰਦੇ ਕੁਛ ਹੈ ਨਹੀਂ, ਹੈ ਨਾ। ਤੇ ਜਿੱਥੇ ਕਰਨਾ ਚਾਹੀਦਾ ਆ ਆਪਣੇ ਕਾਂਗਰਸਮੈਨ ਨੂੰ ਮਿਲੋ, ਸੈਨੇਟਰ ਨੂੰ ਮਿਲੋ, ਮੇਅਰ ਨੂੰ ਮਿਲੋ। ਇੱਕ ਮੈਂ ਰਾਜਕਰਮਵੀਰ ਸਿੰਘ ਜੀ ਰਿਪੋਰਟ ਦੇਖ ਰਿਹਾ ਸੀ, ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਸਾਂਝੀ ਕੀਤੀ ਆ। ਉਹ ਇੱਕ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਜਿੱਦਾਂ ਜਦੋਂ ਮੀਟਿੰਗ ਹੁੰਦੀ ਆ ਉੱਥੇ ਹੋਮਲੈਂਡ ਸਿਕਿਉਰਿਟੀ ਦਾ ਚੀਫ ਵੀ ਆਇਆ ਸੀ, ਉੱਥੇ ਦਾ ਪੁਲਿਸ ਚੀਫ ਵੀ ਆਇਆ ਸੀ। ਤੇ ਇੱਕ ਬੰਦਾ ਸੀਗਾ ਜਿਹੜਾ ਉਹ ਕੰਸੈਂਟਰੇਸ਼ਨ ਕੈਂਪ ਤੋਂ ਬਚ ਕੇ ਆਇਆ ਸੀ, ਬਜ਼ੁਰਗ 90 ਸਾਲਾਂ ਦਾ। ਉਹਨੇ ਆਪਣੀ ਸਟੋਰੀ ਸੁਣਾਈ। ਉਹ ਕਹਿੰਦਾ ਵੀ ਜੇ ਤੁਸੀਂ ਤਾਂ ਉਹੀ ਕੰਮ ਕਰ ਰਹੇ ਹੈਗੇ ਆ, ਹਨਾ। ਉਹਨਾਂ ਇੰਨੀਆਂ ਜਿੱਦਾਂ ਲਾਹਣਤਾਂ ਪਾਈਆਂ, ਜਿਹੜਾ ਉੱਥੇ ਦਾ ਸ਼ੈਰਿਫ ਸੀਗਾ, ਤੁਸੀਂ ਬਲੀਵ ਨਹੀਂ ਕਰ ਸਕਦੇ, ਉਹਦਾ ਲੈਕਚਰ ਸੁਣ ਸਕਦੇ ਆ ਵੀ ਤੇਰੀ ਆਹ ਡਿਊਟੀ ਆ ਵੀ ਤੂੰ ਲੋਕਾਂ ਨੂੰ ਤੋੜਨਾ। ਉਹਨੇ ਬੇਸਿਕਲੀ ਇਹੀ ਕਿਹਾ ਵੀ ਉਸ ਟਾਈਮ ਦੇ ਉੱਤੇ ਵੀ ਜਿਹੜਾ ਹਿਟਲਰ ਸੀ ਉਹਨੇ ਪਰਿਵਾਰਾਂ ਨੂੰ ਵੱਖ ਕੀਤਾ, ਕੰਸੈਂਟਰੇਸ਼ਨ ਕੈਂਪਾਂ 'ਚ ਪਾਇਆ, ਤੇ ਇਹ ਜਿਹੜੇ ਪਰਿਵਾਰ ਦੇ ਵਿੱਚ ਤੋੜ ਵਿਛੋੜੇ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਜਿਹੜਾ ਅੰਨਾ ਤਸ਼ੱਦਦ ਕੀਤਾ ਤੇ ਲੱਖਾਂ ਹੀ ਜਿਹੜੇ ਯਹੂਦੀ ਆ ਉਹਨਾਂ ਨੂੰ ਮਾਰ ਮੁਕਾਇਆ ਸੀਗਾ। ਸੋ ਕਹਿੰਦਾ ਵੀ ਜੇ ਹੁਣ ਤੁਸੀਂ ਪਰਿਵਾਰਾਂ ਨਾਲ ਇਦਾਂ ਕਰੋਗੇ, ਲੋਕ ਬਗਾਵਤ ਵੀ ਕਰਨਗੇ, ਕਈ ਕੁਛ ਜਿਹੜਾ ਹੋ ਸਕਦਾ ਬਾਅਦ ਦੇ ਵਿੱਚ ਇਹ ਨਾ ਹੋਵੇ ਵੀ ਇੱਥੇ ਵੀ ਜਿਹੜੇ ਇਦਾਂ ਦੇ ਹਾਲਾਤ ਜਿਹੜੇ ਬਣ ਜਾਣ। ਉਮੀਦ ਤਾਂ ਨਹੀਂ ਆ ਵੀ ਇਦਾਂ ਦੀ ਕੋਈ ਚੀਜ਼ ਬਣੂਗੀ, ਪਰ ਯੂ ਨੈਵਰ ਨੋ, ਸਿਚੁਏਸ਼ਨਸ ਜਿਹੜੀਆਂ ਉਹ ਚੇਂਜ ਹੋ ਜਾਂਦੀਆਂ। ਜਦੋਂ ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਜਾਪਾਨ ਨੇ ਹਮਲਾ ਕੀਤਾ ਸੀ, ਜਾਂ ਜਾਪਾਨ ਦੇ ਉੱਤੇ ਜਿਹੜਾ ਬੰਬ ਸਿੱਟੇ ਗਏ ਸੀ, ਤੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਵਸਦੇ ਜਿਹੜੇ ਜਾਪਾਨੀ ਸੀ ਉਹਨਾਂ ਨੂੰ ਕਿੰਨੇ ਚਿਰਾਂ ਦੇ ਲਈ ਜਿਹੜੇ ਇੱਥੇ ਕੰਸੈਂਟਰੇਸ਼ਨ ਕੈਂਪ ਬਣਾ ਕੇ ਜਿਹੜਾ ਰੱਖਿਆ ਗਿਆ ਸੀ, ਇਸੇ ਕਰਕੇ ਵੀ ਇਹ ਜਿਹੜੇ ਇਸ ਮੁਲਕ ਦੇ ਖਿਲਾਫ ਕਿਤੇ ਇੱਥੇ ਬੈਠੇ ਜਿਹੜੀ ਉਹ ਬਗਾਵਤ ਆ ਉਹ ਨਾ ਜਿਹੜੀ ਉਹ ਕਰ ਦੇਣ। ਸੋ ਪਰਿਵਾਰਾਂ ਦੇ ਵਿੱਚ ਜਦੋਂ ਇਦਾਂ ਤੋੜ ਵਿਛੋੜਾ ਹੁੰਦਾ ਆ ਤਾਂ ਕਾਫੀ ਜਿਹੜੀ ਉਹ ਪ੍ਰੋਬਲਮ ਵੀ ਆਉਂਦੀ ਆ। ਤੇ ਇਮੀਗ੍ਰੇਸ਼ਨ ਇੱਕ ਹਰ ਇੱਕ ਦੇ ਬਹੁਤ ਕਰੀਬ ਦਾ ਮਾਮਲਾ, ਦਿਲ ਦੇ ਜਿਹੜੇ ਕਰੀਬ ਦਾ ਮਾਮਲਾ ਆ। ਕੋਈ ਕਿਸੇ ਦਾ ਭੈਣ ਭਰਾ ਪਹੁੰਚਣਾ ਹੈ, ਕਿਸੇ ਦੇ ਮਾਂ-ਬਾਪ ਨੇ ਇੱਥੇ ਆਉਣਾ ਆ, ਕਿਸੇ ਦਾ
ਮੁੰਡੇ ਕੁੜੀ ਨੇ ਇੱਥੇ ਪਹੁੰਚਣਾ ਹੈ। ਕਈ ਤਰੀਕੇ ਦੇ ਨਾਲ ਜਿਹੜੇ ਪਰਿਵਾਰ ਜਿਹੜੇ ਵਿਛੜੇ ਹੋਏ ਆ ਉਹ ਇਸ ਦੇ ਸਹਾਰੇ ਜਿਹੜੇ ਪਹੁੰਚਦੇ ਨੇ। ਕਿਸੇ ਤੋਂ ਮਾੜੀ ਮੋਟੀ ਗਲਤੀ ਹੋ ਜਾਂਦੀ ਆ, ਕਿਸੇ ਤੇ ਕੋਈ ਮਿਸਡਮੀਨਰ ਲੱਗ ਜਾਂਦਾ, ਫੈਲਨੀ ਲੱਗ ਜਾਂਦੀ ਆ। ਇੱਥੇ ਲੋਕ ਕਿੰਨੇ ਕਤਲ ਕੀਤੇ ਹੋ ਆ, ਰਾਈਟ, ਜਿਹੜੇ ਇੱਥੇ ਦੇ ਬੋਰਨ ਆ ਉਹਨਾਂ ਨੂੰ ਫਿਰ ਛੱਡ ਦਿੰਦੇ 4 ਸਾਲਾਂ ਬਾਅਦ। ਤੁਹਾਡਾ ਤਾਂ ਸਾਰੇ ਕੁਝ ਰਿਪੋਰਟ ਹੋਊਗਾ, ਰਾਈਟ। ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਇਹ ਕੰਮ ਕਰੋ, ਪਰ ਤੁਹਾਡੇ ਰਾਈਟਸ ਹੋਣੇ ਚਾਹੀਦੇ। ਸੋ ਇੱਥੇ ਮੈਂ ਦੇਖਦਾ ਵੀ ਪੂਰੀ ਦੀ ਪੂਰੀ ਜਿਹੜੀ ਪੰਜਾਬੀ ਕਮਿਊਨਿਟੀ ਆ ਇਸ ਇਸ਼ੂ ਤੇ ਸੁੱਤੀ ਪਈ ਆ, ਅੰਦਰੋਂ ਜ਼ਿਆਦਾ ਡਰੇ ਪਏ ਆ ਪੂਰੀ ਤਰ੍ਹਾਂ। ਬਾਕੀ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਪੂਰੇ ਮੁਲਕਾਂ 'ਚ ਬੜਾ ਜਿਹੜਾ ਇਹ ਰੌਲਾ ਰੱਪਾ ਪੈ ਰਿਹਾ ਹੈਗਾ। ਹੁਣੇ ਕੱਲ ਦੀ ਨਿਊਜ਼ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀ ਇਜ਼ਰਾਈਲ ਆ ਉਹਨਾਂ ਨੇ ਜਿਹੜਾ ਆਪਣਾ ਇਸ਼ੂ ਕਰ ਦਿੱਤਾ ਵੀ ਅਫਰੀਕਾ ਦੇ ਜਿੰਨੇ ਵੀ ਉੱਥੇ ਇਮੀਗ੍ਰੈਂਟ ਹੈਗੇ ਸਾਰੇ ਉੱਥੋਂ ਛੱਡ ਕੇ ਚਲੇ ਜਾਣ। 20,000 ਦੇ ਕਰੀਬ ਜਿਹੜੇ ਅਫਰੀਕਨ ਅਮਰੀਕਨ ਲੋਕ ਆ ਉੱਥੇ ਰਹਿੰਦੇ ਇਜ਼ਰਾਈਲ 'ਚ ਜਿਹੜਾ ਕੰਮ ਕਰਦੇ ਆ। ਤੇ ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਜਦੋਂ ਯੁਗਾਂਡਾ ਦੇ ਵਿੱਚ ਹੋਇਆ ਸੀ, ਉਦੋਂ ਇੱਕ ਡਿਕਟੇਟਰ ਨੇ ਟੇਕ ਓਵਰ ਕਰ ਲਿਆ ਸੀ, ਕਿੰਨੇ ਸਿੱਖਾਂ ਨੂੰ ਬਾਹਰ ਉਦੋਂ ਕੱਢਿਆ ਗਿਆ ਸੀ, ਰਾਈਟ ਜੀ। ਇਸੇ ਤਰ੍ਹਾਂ ਹੁਣ ਮੈਂ ਇੱਕ ਸਾਊਦੀ ਅਰੇਬੀਆ ਦੀ ਨਿਊਜ਼ ਪੜ੍ਹਦਾ ਸੀ ਵੀ ਸਾਊਦੀ ਅਰੇਬੀਆ ਨੇ ਕੀ ਕੀਤਾ ਵੀ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਵਧੀਆ ਜੌਬਸ ਹੈਗੀਆਂ ਆ ਅੰਦਰ ਆਫਿਸ ਸਟਾਫ ਦੀਆਂ ਜੌਬਸ ਆ, ਉੱਥੇ ਕਹਿੰਦੇ ਉਹ ਸਿਰਫ ਸਾਊਦੀ ਅਰੇਬੀਅਨ ਲੋਕ ਕਰ ਸਕਦੇ ਆ, ਹੋਰ ਕਿਸੇ ਮੁਲਕ ਦੀ ਉਹ ਜੌਬ ਨਹੀਂ ਕਰ ਸਕਦਾ ਹੈਗਾ। ਤੇ ਸੋ ਇਦਾਂ ਦੇ ਜਿਹੜੇ ਬਾਕੀ ਮੁਲਕਾਂ 'ਚ ਚੱਲਦੇ ਆ। ਹਜੇ ਤਾਂ ਚਲੋ ਅਮਰੀਕਾ ਦੇ ਵਿੱਚ ਤਾਂ ਇਦਾਂ ਨਹੀਂ ਹੋ ਸਕਦਾ, ਪਰ ਫਿਰ ਵੀ ਸਾਨੂੰ ਜਿਹੜਾ ਕਿਸੇ ਦੇ ਹੱਕ ਦੇ ਲਈ ਉਹਦਾ ਸਾਥ ਦੇਣਾ ਚਾਹੀਦਾ ਹੈਗਾ ਆ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਇਦਾਂ ਹੀ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਉਹ ਸਾਰੀ ਉਮਰ ਡਰਾਈਵਰ ਹੀ ਬਣਿਆ ਰਹੇਗਾ ਕਿ ਕਦੇ ਆਪਣਾ ਟਰੱਕ ਵੀ ਪਾਉਣਾ? ਉਹ ਦੇਖ ਲੰਬੜਾ ਦੇ ਜੀਤੇ ਦੀ ਚੜਾਈ ਆ ਪੂਰੀ, ਜਦ ਦਾ ਆਪਣਾ ਟਰੱਕ ਪਾਇਆ ਮੌਜਾਂ ਕਰਦਾ। ਉਹ ਭਰਾਵਾ ਗੱਲ ਤਾਂ ਤੂੰ ਸਹੀ ਕਰਦਾ, ਪਰ ਮੈਨੂੰ ਲੋਨ ਦੇਣਾ ਕਿਹਨੇ ਹੈ? ਲੋਨ ਦਾ ਫਿਕਰ ਤੂੰ ਵਿਰਸਾ ਕੈਪੀਟਲ ਵਾਲਿਆਂ ਤੇ ਛੱਡ ਦੇ, ਉਹਨਾਂ ਦੇਖੀ ਤੇਰੇ ਟਰੱਕ ਦਾ ਲੋਨ ਬੜੀ ਆਸਾਨੀ ਨਾਲ ਕਰਾ ਦੇਣਾ ਆ ਚੱਕ ਨੰਬਰ 844 847 7222 844 847 7222। ਵਿਰਸਾ ਕੈਪੀਟਲ। ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 844 847 7222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 844 847 7222 ਵਿਰਸਾ ਕੈਪੀਟਲ। ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਹੀ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ, ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ 10 AM to 4 PM ਐਂਡ ਸੰਡੇ ਕਲੋਜ਼ਡ। ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 ਅਰੇਨਾ ਬੁਲੇਵਾਰਡ, ਸਵੀਟ 160, ਸੈਕਰਾਮੈਂਟੋ। 9165757827 916 575 7827। ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ
ਖਾਣ ਦਾ ਪ੍ਰਬੰਧ ਵੀ ਹੋਵੇਗਾ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303022356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਆਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166 688 8888। ਇਹ ਹੈ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਧੰਨਵਾਦ ਜੀ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਵੱਧ ਤੋਂ ਵੱਧ ਜਿਹੜਾ ਇਹ ਪ੍ਰੋਗਰਾਮ ਹੁੰਦਾ ਸ਼ੇਅਰ ਕਰਿਆ ਕਰੋ, ਕਿਉਂਕਿ ਜਿੰਨੀਆਂ ਵੀ ਖਬਰਾਂ ਆਪਾਂ ਸਾਂਝੀਆਂ ਕਰਦੇ ਹਾਂ ਸਾਡੀਆਂ ਸਾਰਿਆਂ ਨਾਲ ਰਿਲੇਟਡ ਹੁੰਦੀਆਂ, ਜਿਹੜੇ ਇਸ਼ੂਜ਼ ਸਾਡੇ ਹੈਗੇ ਆ। ਤੇ ਇਮੀਗ੍ਰੇਸ਼ਨ ਦੀ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀ। ਇਮੀਗ੍ਰੇਸ਼ਨ ਨਾਲ ਹੀ ਰਿਲੇਟਡ ਜੇ ਇੱਕ ਹੋਰ ਖਬਰ ਸਾਂਝੀ ਕਰੀਏ, ਇੱਕ ਕੈਮਿਸਟਰੀ ਦਾ ਪ੍ਰੋਫੈਸਰ ਜਿਹੜਾ ਹੈਗਾ ਕੈਂਸਸ ਲਾਰੈਂਸ ਦੇ ਵਿੱਚ ਜਿਹੜਾ ਉਹਨੂੰ ਆਈਸ ਵਾਲਿਆਂ ਨੇ ਅਰੈਸਟ ਕਰ ਲਿਆ। 55 ਸਾਲਾਂ ਦਾ ਇਹ ਜਿਹੜਾ ਪ੍ਰੋਫੈਸਰ ਸੀ, ਕਹਿੰਦੇ ਲਗਭਗ 30 ਸਾਲ ਪਹਿਲਾਂ ਇਹ USA 'ਚ ਆਇਆ ਸੀ। ਹਜੇ ਉਹ ਸ਼ਾਇਦ ਵਰਕ ਪਰਮਿਟ ਤੇ ਸੀ ਜਾਂ ਟੈਂਪਰੇਰੀ ਵਰਕ ਪਰਮਿਟ ਤੇ ਉਸਨੇ ਇੱਥੋਂ ਹੀ ਜਿਹੜੀ ਆ PhD ਕੀਤੀ ਸੀ ਆਪਣੀ ਜੀ। ਤੇ ਦੇਖੋ ਵੀ ਇੰਨਾ ਜ਼ਿਆਦਾ ਜਿਹੜਾ ਹੁਣ ਪਹਿਲਾਂ ਆਪਾਂ ਇੱਕ ਦੱਸਿਆ ਸੀ, ਇੱਕ ਹੋਰ ਡਾਕਟਰ ਨੂੰ ਵੀ ਡਿਪੋਰਟ ਕੀਤਾ ਗਿਆ, ਕਿਸ ਤਰ੍ਹਾਂ ਜਿਹੜੇ 7-11 ਸਟੋਰਾਂ ਦੇ ਉੱਤੇ ਛਾਪੇ। ਸੋ ਇਮੀਗ੍ਰੇਸ਼ਨ ਨੇ ਪੂਰਾ ਐਨ ਦਹਿਸ਼ਤ ਫੈਲਾਈ ਪਈ ਹੈਗੀ ਪੂਰੇ। ਬਿਲਕੁਲ ਹਰਜੋਤ ਸਿੰਘ ਜੀ, ਇੱਕ ਚੀਜ਼ ਇਸ ਦੇ ਵਿੱਚ ਹੋਰ ਕਹਿਣਾ ਚਾਹੁੰਦੇ ਆ, ਇਹ ਨਹੀਂ ਆ ਵੀ ਪਹਿਲੀ ਦੀ ਹੋ ਰਿਹਾ, ਇਹ ਚੱਲਦਾ ਆ ਰਿਹਾ ਸੀ, ਪਰ ਹੁਣ ਇਹ ਆ ਵੀ ਹਰ ਇੱਕ ਜਿਹੜੀ ਆ ਉਹ ਨਿਊਜ਼ ਬਣਦੀ ਆ। ਕਿਸੇ ਨੂੰ ਵੀ ਡਿਪੋਰਟ ਕੀਤਾ ਜਾ ਰਿਹਾ ਆ, ਉਹ ਨਿਊਜ਼ ਬਣ ਰਹੀ ਆ। ਸਰਕਮਸਟਾਂਸ ਹਰ ਇੱਕ ਨੂੰ ਪਤਾ ਨਹੀਂ ਹੁੰਦੇ ਵੀ ਕਿਹੜੀ ਸਿਚੁਏਸ਼ਨ ਦੇ ਵਿੱਚ ਜਿਹੜਾ ਆ ਕਾਰਨ ਕੀਤੇ ਜਾ ਰਹੇ ਆ, ਪਰ ਉਦੋਂ ਜ਼ਰੂਰ ਜਿਹੜਾ ਹਰਜੋਤ ਸਿੰਘ ਜੀ ਧੱਕਾ ਲੱਗਦਾ ਵੀ ਜਿਹੜਾ ਇੰਨੇ ਸਾਲਾਂ ਤੋਂ ਲਗਾਤਾਰ ਲੋਕ ਜਿਹੜੇ ਉੱਥੇ ਰਹਿ ਰਹੇ ਹੋਣ, ਨਾ ਉਹਨਾਂ ਦਾ ਕੋਈ ਕ੍ਰਿਮੀਨਲ ਰੈਕਡ ਹੋਵੇ ਤੇ ਫਿਰ ਵੀ ਜਿਹੜਾ ਉਹਨਾਂ ਨੂੰ ਡੈਪੂਟੇਸ਼ਨ ਦਾ ਸਾਹਮਣਾ ਕਰਨਾ ਪਿਆ ਹੋਵੇ, ਮਾੜੀ ਗੱਲ ਆ। ਪਰ ਕਿਤੇ ਨਾ ਕਿਤੇ ਕਈ ਵਾਰੀ ਬੰਦਿਆਂ ਦੀ ਖੁਦ ਵੀ ਉਸ ਦੇ ਵਿੱਚ ਗਲਤੀ ਹੁੰਦੀ ਹੈ ਵੀ ਆਪਣਾ ਪੇਪਰ ਵਰਕ ਜਿਹੜਾ ਉਹ ਕੰਪਲੀਟ ਨਹੀਂ ਰੱਖਿਆ ਜਾਂਦਾ। ਕਈ ਕਾਰਨ ਜਿਹੜੇ ਇਸ ਦੇ ਵਿੱਚ ਹੋ ਸਕਦੇ ਆ, ਪਰ ਕਿਸੇ ਪ੍ਰੋਫੈਸਰ ਨੂੰ, ਡਾਕਟਰ ਨੂੰ ਆਪਾਂ ਦੇਖ ਰਹੇ ਹਾਂ ਤੇ ਜਿੱਦਾਂ ਆਪਾਂ ਦੱਸ ਰਹੇ ਸੀ ਵੀ ਪਰਿਵਾਰਾਂ ਦੇ ਜਿਹੜੇ ਤੋੜ ਵਿਛੋੜੇ ਹੋ ਰਹੇ ਆ ਇੱਕ ਹਿਸਾਬ ਦੇ ਨਾਲ। ਜਦੋਂ ਥੋੜੇ ਦਿਨ ਪਹਿਲਾਂ ਜਿਹੜਾ ਇੱਕ ਹੋਰ ਮਿਸ਼ੀਗਨ ਦਾ ਹੀ ਸੀਗਾ ਜਿਹੜਾ ਲੈਂਡਸਕੇਪਰ ਆ,
ਜਿਹੜਾ ਉਸ ਨੂੰ 30 ਸਾਲਾਂ ਬਾਅਦ ਜਿਹੜਾ ਆ ਵਾਪਸ ਜਿਹੜਾ ਉਹ ਘੱਲਿਆ ਜਾ ਰਿਹਾ ਸੀਗਾ। ਹੋਰ ਕਈ ਕੁਛ ਜਿਹੜਾ ਆ ਉਹ ਚੱਲ ਰਿਹਾ ਹੁੰਦਾ ਆ। ਦੇਖੋ ਇਹ ਪ੍ਰੋਸੈਸ ਜਿਹੜਾ ਆ ਸਲੋ ਪ੍ਰੋਸੈਸ ਹੁੰਦਾ ਆ, ਖਾਸ ਕਰਕੇ ਹੁਣ ਹਰ ਇੱਕ ਜਾਣਾ ਜਿਸ ਨਾਲ ਵੀ ਗੱਲ ਕਰੋ ਉਹਨਾਂ ਨੂੰ ਇਹ ਹੁਣ ਪਤਾ ਆ ਵੀ ਜਦੋਂ ਤੁਸੀਂ ਸਿਟੀਜ਼ਨਸ਼ਿਪ ਦੇ ਹੁਣ ਜਿਹੜੇ ਕੋਈ ਦੇ ਵੀ ਰਿਹਾ ਹੈ ਨਾ ਵੀ ਮੈਂ ਹੁਣ ਸਿਟੀਜ਼ਨਸ਼ਿਪ ਦਾ ਟੈਸਟ ਦੇ ਲਵਾਂ, ਮੇਰੀ ਇੰਟਰਵਿਊ ਹੋ ਜਾਵੇ, ਉਸ ਦੇ ਵਿੱਚ ਹੁਣ ਟਾਈਮ ਜ਼ਿਆਦਾ ਲੱਗ ਰਿਹਾ ਹੈ। ਜੀ ਬਿਲਕੁਲ। ਤੇ ਜਿਹੜਾ ਗ੍ਰੀਨ ਕਾਰਡ ਜੇ ਕਿਸੇ ਨੇ ਕੋਈ ਕਿਸੇ ਤਰੀਕੇ ਦਾ ਅਪਲਾਈ ਕੀਤਾ ਹੋਇਆ ਉਸ ਦੇ ਵਿੱਚ ਵੀ ਜਿਹੜਾ ਉਹ ਟਾਈਮ ਜ਼ਿਆਦਾ ਲੱਗ ਰਿਹਾ। ਫਿੰਗਰਪ੍ਰਿੰਟ ਹੋਣ ਤੋਂ ਬਾਅਦ ਦੇ ਵਿੱਚ ਕਈ ਮਹੀਨਿਆਂ ਦਾ ਜਿਹੜਾ ਆ ਉਹ ਉਸ ਤੋਂ ਜ਼ਿਆਦਾ ਜਿਹੜਾ ਇੰਤਜ਼ਾਰ ਲੋਕਾਂ ਨੂੰ ਕਰਨਾ ਪੈ ਰਿਹਾ ਆ ਇਸ ਜਿਹੜੇ ਆਪਣੇ ਕਹਿ ਲਓ ਵੀ ਪੇਪਰ ਵਰਕ ਆਪਣਾ ਕੰਪਲੀਟ ਕਰਨ ਦੇ ਲਈ। ਸੋ ਹਰ ਇੱਕ ਜਾਣੇ ਨੂੰ ਪਹਿਲਾਂ ਹੀ ਅਗਾਊਂ ਹੀ ਜਿਹੜਾ ਆ ਉਹ ਕੰਮ ਕਰ ਲੈਣਾ ਚਾਹੀਦਾ ਆ, ਇਸ ਤੋਂ ਪਹਿਲਾਂ ਕੋਈ ਹੋਰ ਪ੍ਰੋਬਲਮਸ ਦਾ ਇਸ ਦੇ ਵਿੱਚ ਜਿਹੜਾ ਉਹ ਸਾਹਮਣਾ ਕਰਨਾ ਪਵੇ। ਆਪਣਾ ਪੇਪਰ ਵਰਕ ਅਪ ਟੂ ਡੇਟ ਜਿਹੜਾ ਆ ਉਹ ਜ਼ਰੂਰ ਤੁਸੀਂ ਉਹ ਰੱਖੋ। ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ 10,000 ਤੋਂ ਵੱਧ ਸਾਨੂੰ ਨਵੇਂ ਜਿਹੜੇ ਆਈਸ ਦੇ ਏਜੰਟ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਚਾਹੀਦੇ ਹੈਗੇ ਆ ਤਾਂ ਕਿ ਜਿਹੜੇ ਇਮੀਗ੍ਰੇਸ਼ਨ ਦੇ ਲਾ ਆ ਪੂਰੇ ਤਰ੍ਹਾਂ USA ਦੇ ਵਿੱਚ ਲਾਗੂ ਕਰ ਸਕੀਏ, ਇਲੀਗਲ ਇਮੀਗ੍ਰੇਸ਼ਨ ਨੂੰ ਰੋਕ ਸਕੀਏ। ਸੋ ਉਹਦੇ ਸੰਬੰਧ ਦੇ ਵਿੱਚ ਹੁਣ ਖਬਰ ਆਈ ਆ ਵੀ ਆਈਸ ਵਾਲੇ ਪ੍ਰਾਈਵੇਟ ਕੰਪਨੀਆਂ ਨੂੰ ਲੱਭ ਰਹੇ ਆ ਜਿੱਥੋਂ 6600 ਬੰਦਾ ਜਿੱਦਾਂ 6600 ਲੋਕਾਂ ਨੂੰ ਹਾਇਰ ਕੀਤਾ ਜਾਵੇ, ਕੋਈ ਪ੍ਰਾਈਵੇਟ ਜਿੱਦਾਂ ਸਿਕਿਉਰਿਟੀ ਫਰਮ ਹੋਊਗੀ ਤਾਂ ਕਿ ਜਿਹੜਾ ਆ ਭਈ ਇਸ ਪ੍ਰੋਸੈਸ ਨੂੰ ਜਲਦੀ ਤੋਂ ਜਲਦੀ ਜਿਹੜਾ ਲਾਗੂ ਕੀਤਾ ਜਾਵੇ। ਸੋ ਹੁਣ ਇਹ ਜਿਹੜੇ ਵੱਡੇ ਸਵਾਲ ਇਸ ਦੇ ਵਿੱਚ ਪੈਦਾ ਹੋਣਗੇ ਵੀ ਕਿੱਦਾਂ ਜਿਹੜੇ ਆ ਉਹ ਚੁਣੀ ਜਾਣਗੇ, ਕਿਹੜੇ ਲੋਕਾਂ ਨੂੰ ਜਿਹੜਾ ਆ ਉਹ ਆਈਸ ਦੇ ਏਜੰਟ ਦੇ ਹਿਸਾਬ ਨਾਲ, ਚਾਹੇ ਤੁਸੀਂ ਪ੍ਰਾਈਵੇਟ ਵੀ ਬੰਦਾ ਹਾਇਰ ਕਰ ਰਹੇ ਹੋ, ਜੇ ਉਹਦੇ ਕੋਲ ਅਥਾਰਟੀ ਫੈਡਰਲ ਵਾਲੀ ਜਿਹੜੀ ਹੋਊਗੀ ਤੇ ਇੱਕ ਬਹੁਤ ਵੱਡੀ ਜਿਹੜੀ ਉਸ ਦੇ ਉੱਤੇ ਜਿਹੜੀ ਉਹ ਜ਼ਿੰਮੇਵਾਰੀ ਆ, ਕਿੱਦਾਂ ਉਹਦੀ ਟ੍ਰੇਨਿੰਗ ਹੋਈ ਆ, ਕਿਸ ਤਰੀਕੇ ਦੇ ਨਾਲ ਉਹ ਚੀਜ਼ ਨੂੰ ਕਰਦੇ ਆ। ਸੋ ਸਮਾਂ ਲੱਗ ਸਕਦਾ ਇਸ ਚੀਜ਼ ਨੂੰ ਤੇ ਉਹ ਆਪ ਸ਼ਾਇਦ ਖੁਦ ਇਸ ਲਈ ਨਹੀਂ ਹਾਇਰ ਕਰਨਾ ਚਾਹੁੰਦੇ ਵੀ ਉਸ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਜਿਹੜਾ ਇੱਕ ਸਮਾਂ ਜ਼ਿਆਦਾ ਲੱਗੂਗਾ ਤੇ ਸ਼ਾਇਦ ਡਾਲਰ ਜਿਹੜੇ ਇਸ ਦੇ ਵਿੱਚ ਨਾਲ ਉਹ ਵੀ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਵੀ ਜੇ ਆਪਾਂ ਇਹਨਾਂ ਨੂੰ ਜੇ ਇੱਕ ਬੰਦੇ ਨੂੰ ਨਹੀਂ ਠੀਕ ਲੱਗਦਾ ਤਾਂ ਆਪਾਂ ਜਿਹੜੀ ਆ ਫਰਮ ਜਿਹੜੀ ਉਹ ਚੇਂਜ ਕਰ ਸਕਦੇ ਆ। ਪਰ ਸੌਖਾ ਕੰਮ ਨਹੀਂ ਆ। ਜਿੱਦਾਂ ਤੁਸੀਂ ਦੱਸਿਆ ਵੀ ਜੇ 10,000 ਤੋਂ ਵੱਧ ਬੰਦੇ ਜਿਹੜੇ ਇੱਦਾਂ ਪ੍ਰਾਈਵੇਟ ਭਰਤੀ ਕਰਨੇ ਆ ਕੰਪਨੀਆਂ ਦੇ ਜ਼ਰੀਏ ਹੀ ਚਾਹੇ ਕਰਨੇ ਹੋਣ, ਇੱਕ ਹੈ ਤੇ ਆ ਮੁਸ਼ਕਿਲ ਆ, ਚੈਲੰਜ ਹੈਗਾ ਆ। ਸੋ ਦੇਖਦੇ ਹਾਂ ਇਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਨਜਿੱਠਣਗੇ। ਤੇ ਹਰਜੋਤ ਸਿੰਘ ਜੀ ਦੱਸ ਜਾਈਏ ਹੁਣੇ ਇੱਕ ਜਿਹੜੀ ਖਬਰ ਜਿਹੜੀ ਆ ਰਹੀ ਆ, ਕਹਿੰਦੇ ਇੱਕ ਬਾਈ ਪਾਰਟੀਜ਼ਨ ਇਮੀਗ੍ਰੇਸ਼ਨ ਪਲਾਨ ਜਿਹੜਾ ਆ ਉਹ ਇੰਟਰੋਡਿਊਸ ਸੈਨੇਟ ਦੇ ਵਿੱਚ ਕੀਤਾ ਗਿਆ ਹੈ ਸੈਨੇਟਰ ਜੌਨ ਮਕੇਨ ਤੇ ਸੈਨੇਟਰ ਕੂਨਜ਼ ਦੇ ਦੁਆਰਾ। ਸੋ ਜਿਹੜੇ ਕ੍ਰਿਸਟੋਫਰ ਏ ਕੂਨਜ਼ ਡੈਲਾਵੇਅਰ ਤੋਂ ਡੈਮੋਕ੍ਰੇਟ ਪਾਰਟੀ ਦੇ ਨੇ ਤੇ ਐਰੀਜ਼ੋਨਾ ਤੋਂ ਰਿਪਬਲਿਕਨ ਪਾਰਟੀ ਦੇ ਨੇ ਜਿਹੜੇ ਸੈਨੇਟਰ ਜੌਨ ਮਕੇਨ, ਇਹਨਾਂ ਦੋਨਾਂ ਦੇ ਦੁਆਰਾ ਮਿਲ ਕੇ ਕਹਿੰਦੇ ਆ ਕਾਂਗਰਸ ਤੇ ਸੈਨੇਟ ਦੇ ਵਿੱਚ ਜਿਹੜਾ ਇੱਕ ਨਵਾਂ ਇਮੀਗ੍ਰੇਸ਼ਨ ਪਲਾਨ ਇੰਟਰੋਡਿਊਸ ਉਹ ਕੀਤਾ ਗਿਆ ਆ। ਸੋ ਕੀ ਹੋਊਗਾ ਇਸ ਦੇ ਵਿੱਚ, ਕੀ ਜਿਹੜਾ ਆ ਉਹ ਕਰਦੇ ਨੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਆਲਰੇਡੀ ਰਾਸ਼ਟਰਪਤੀ ਟਰੰਪ ਤੇ ਜਿਹੜੇ ਵਾਈਟ ਹਾਊਸ ਆ ਉਹਨਾਂ ਨੇ ਇਹ ਜਿਹੜਾ ਬਾਈ ਪਾਰਟੀਜ਼ਨ ਇਮੀਗ੍ਰੇਸ਼ਨ ਪਲਾਨ ਆ ਜਿਹੜਾ ਪੁਸ਼ ਕੀਤਾ ਜਾ ਰਿਹਾ ਇਹਨਾਂ ਦੋਨਾਂ ਸੈਨੇਟਰਸ ਦੇ ਦੁਆਰਾ, ਉਸ ਨੂੰ ਰਿਜੈਕਟ ਕਰ ਦਿੱਤਾ ਆ, ਉਸ ਨੂੰ ਨਕਾਰ ਦਿੱਤਾ ਆ। ਉਹ ਆਈ ਥਿੰਕ ਚਾਹੁੰਦੇ ਨਹੀਂ ਆ ਵੀ ਜੌਨ ਮਕੇਨ ਵਾਲੀ ਕੋਈ ਗੱਲ ਜਿਹੜੀ ਉਹਨਾਂ ਦੀ ਮੰਨੀ ਜਾਵੇ ਤੇ ਆਪਣੀ ਮਰਜ਼ੀ ਜਿਹੜੀ ਹੈ ਸ਼ਾਇਦ ਉਸ ਦੇ ਵਿੱਚ ਉਹ ਜ਼ਰੂਰ ਚਲਵਾਉਣਾ ਚਾਹੁੰਦੇ ਨੇ। ਦੇਖੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ 18 ਲੱਖ ਦੇ ਕਰੀਬ ਡ੍ਰੀਮਰਸ ਹੈਗੇ ਆ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਗਈ ਆ ਤੇ ਨਾਲ ਦੀ ਨਾਲ ਇਹ ਨਹੀਂ ਪਤਾ ਲੱਗ ਰਿਹਾ ਵੀ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ $25 ਬਿਲੀਅਨ ਜਿਹੜੇ ਮੰਗਦੇ ਆ ਉੱਥੇ ਕੰਧ ਬਣਾਉਣ ਦੇ ਲਈ ਤੇ ਕਈ ਤਾਂ ਰਿਪਬਲਿਕਨ $30 ਬਿਲੀਅਨ ਵੀ ਮੰਗਦੇ, ਉਹਦੀ ਗੱਲ ਵਿੱਚ ਹੈ ਜਾਂ ਨਹੀਂ ਹੈ। ਤੇ ਇਹਦੇ ਵਿੱਚ ਜਿਹੜਾ ਕਿਸੇ ਤਰ੍ਹਾਂ ਦੀ ਹੋਰ ਵੀ ਜਿਹੜਾ ਲੋਟਰੀ ਸਿਸਟਮ ਨੂੰ ਖਤਮ ਕਰਨ ਦੀ ਜਾਂ ਜਿਹੜਾ ਫੈਮਿਲੀ ਵੀਜ਼ੇ ਵਾਲੇ ਨੂੰ ਖਤਮ ਕਰਨ ਦੀ ਕੋਈ ਗੱਲ ਨਹੀਂ ਕੀਤੀ। ਇਮੀਗ੍ਰੇਸ਼ਨ ਇਹ ਕਹਿੰਦੇ ਨੇ ਜੀ ਵੀ ਉਸ ਨੂੰ ਰੋਕਣ ਦੀ ਗੱਲ ਹੈ ਕਿ ਨਹੀਂ, ਕਿਉਂਕਿ ਇਹ 3 ਸ਼ਰਤਾਂ ਜਿਹੜੀਆਂ ਵਾਈਟ ਹਾਊਸ ਦੇ ਦੁਆਰਾ ਜਿਹੜੀਆਂ ਰੱਖੀਆਂ ਗਈਆਂ ਆ, $25 ਬਿਲੀਅਨ ਦਾ ਫੰਡ, ਜਿਹੜੀ ਚੇਨ ਜਿਹੜੀ ਇਮੀਗ੍ਰੇਸ਼ਨ ਆ ਉਸ ਦੇ ਉੱਤੇ ਰੋਕ ਤੇ ਜਿਹੜਾ ਡਾਇਵਰਸਿਟੀ ਵੀਜ਼ਾ ਲੋਟਰੀ ਆ ਉਸ ਦੀ ਜਿਹੜੀ ਟੋਟਲੀ ਅਬੋਲਿਸ਼ ਉਸ ਨੂੰ ਕਰਨਾ। ਸੋ ਇਹ ਮੈਨੂੰ ਲੱਗਦਾ ਨਹੀਂ ਵੀ ਇਸ ਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਮੰਨੀਆਂ ਹੋਈਆਂ ਤਾਈਓ ਜਿਹੜਾ ਨਾਲ ਪਰ ਇਹਦੇ ਚਾਂਸ ਰਾਜਕਰਨਵੀਰ ਸਿੰਘ ਜੀ ਕਾਫੀ ਗੁੱਡ ਲੱਗਦੇ। ਇਹਦਾ ਰੀਜ਼ਨ ਇਹ ਆ ਵੀ ਜਿਹੜੇ ਜੌਨ ਮਕੇਨ ਆ ਸੈਨੇਟਰ ਐਰੀਜ਼ੋਨਾ ਤੋਂ, ਉਹਨਾਂ ਦੀ ਜਿਹੜੀ ਛਵੀ ਹੈਗੀ ਆ ਉਹ ਡੈਮੋਕ੍ਰੇਟਸ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਉਹਨਾਂ 'ਚ ਕਾਫੀ ਗੁੱਡ ਹੈਗੀ ਆ। ਪਰ ਉਹਦੇ ਨਾਲ ਫਾਇਦਾ ਨਹੀਂ ਜੇ ਇਹਨਾਂ ਦੇ ਆਪਣੇ ਰਿਪਬਲਿਕਨ ਨਹੀਂ ਸਾਥ ਦੇਣਗੇ, ਮੈਜੋਰਟੀ ਉਹਨਾਂ ਦੇ ਕੋਲ ਆ, ਜੇ ਉਹ ਉਹਨਾਂ ਦੇ ਨਾਲ ਨਹੀਂ ਜੁੜ ਸਕਣਗੇ ਤਾਂ ਡੈਮੋਕ੍ਰੇਟ ਤਾਂ ਆਪਣੇ ਵੱਲੋਂ ਜੋ ਮਰਜ਼ੀ ਲਿਆਈ ਜਾਣ, ਕੁਛ ਵੀ ਨਹੀਂ ਜਿਹੜਾ ਉਹ ਕਰ ਸਕਦੇ। ਉਹ ਸਭ ਨੂੰ ਹੀ ਪਤਾ ਹੈ ਵਿਦਆਊਟ ਮੈਜੋਰਟੀ ਤੁਸੀਂ
ਜੋ ਮਰਜ਼ੀ ਜਿਹੜਾ ਕਰੀ ਜਾਓ ਉਹ ਕਿਸੇ ਪਰ ਨੂੰ ਸੁਣਨਾ ਜੌਨ ਮਕੇਨ ਜਿਹੜਾ ਕੁਛ ਨਾ ਕੁਛ ਉਹ ਕਰਨਾ ਚਾਹੁੰਦੇ ਆ, ਤੇ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜੌਨ ਮਕੇਨ ਦੇ ਕੋਲ ਜਿਹੜਾ ਸਟੇਜ 4 ਬ੍ਰੇਨ ਕੈਂਸਰ ਆ ਹੁਣ। ਬਿਲਕੁਲ ਉਸ ਤੋਂ ਪੀੜਤ ਨੇ ਤੇ ਆਈ ਥਿੰਕ ਉਹ ਕਹਿੰਦੇ ਵੀ ਜਾਂਦੇ ਜਾਂਦੇ ਕੋਈ ਲੈਗੇਸੀ ਜਿਹੜੀ ਕੁਛ ਇਸ ਤਰੀਕੇ ਦੀ ਜਿਹੜੀ ਉਹ ਜ਼ਰੂਰ ਛੱਡ ਕੇ ਜਾਈਏ। ਬਹੁਤ ਜਿਹੜਾ ਮਾਣ ਮੱਤਾ ਉਹਨਾਂ ਦਾ ਨਾਮ ਆ, ਅਮਰੀਕਾ ਦੇ ਵਿੱਚ ਪ੍ਰਿਜ਼ਨਰ ਆਫ ਵਾਰ ਰਹੇ ਨੇ ਤੇ ਉਦੋਂ ਇਹਨਾਂ ਦੇ ਲਈ ਹਰਜੋਤ ਸਿੰਘ ਜੀ ਦੱਸਦੇ ਜਾਈਏ ਆਪਣੇ ਸਰੋਤਿਆਂ ਨੂੰ, ਇਹਨਾਂ ਨੂੰ ਛੱਡਣ ਦੀ ਗੱਲ ਮਨਜ਼ੂਰ ਕਰ ਲਈ ਗਈ ਸੀ ਪਰ ਇਹਨਾਂ ਨੇ ਨਾ ਕਰ ਦਿੱਤੀ ਸੀ। ਕਹਿੰਦੇ ਵੀ ਮੈਂ ਇਕੱਲਿਆਂ ਨਹੀਂ ਜਾਣਾ, ਜੇ ਮੇਰੇ ਨਾਲ ਦੇ ਫੌਜੀ ਸਾਰਿਆਂ ਨੂੰ ਛੱਡਿਆ ਜਾਊਗਾ ਮੈਂ ਤਾਂ ਜਿਹੜਾ ਇੱਥੋਂ ਜਾਊਂਗਾ, ਮੈਂ ਇਕੱਲਿਆਂ ਜਿਹੜਾ ਉੱਥੋਂ ਵਾਪਸ ਨਹੀਂ ਆਉਣਾ। ਜਦੋਂ ਇਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਜਿਹੜਾ ਬਣਾ ਕੇ ਰੱਖਿਆ ਗਿਆ ਸੀਗਾ ਤੇ ਕਾਫੀ ਇਹਦੀ ਮਜ਼ਾਕ ਦਾ ਤੇ ਇਹਨਾਂ ਸਾਹਮਣਾ ਕਰਨਾ ਪਿਆ ਟਰੰਪ ਹੁਣਾਂ ਦੇ ਦੁਆਰਾ। ਟਰੰਪ ਨੇ ਜਿਹੜਾ ਕਿਹਾ ਸੀਗਾ ਵੀ ਮੈਨੂੰ ਇਦਾਂ ਦੇ ਫੌਜੀ ਪਸੰਦ ਹੀ ਨਹੀਂ ਹੈ ਜਿਹੜੇ ਫੜੇ ਜਾਂਦੇ ਨੇ, ਪਰ ਜਦੋਂ ਤੁਸੀਂ ਸਰਹੱਦਾਂ ਤੇ ਜਾਂਦੇ ਹੋ ਜਿਹੜਾ ਉਹ ਆਪ ਕਦੀ ਨਹੀਂ ਗਿਆ। ਕਿੰਨੀ ਵਾਰੀ ਡਰਾਫਟ ਤੋਂ ਖੁਦ ਰਾਸ਼ਟਰਪਤੀ ਟਰੰਪ ਜਿਸ ਟਾਈਮ ਦੇ ਉੱਤੇ ਵੀਅਤਨਾਮ ਵਾਰ ਵੀ ਸੀਗੀ, ਹੋਰ ਜਿਹੜੀਆਂ ਜੰਗਾਂ ਸੀਗੀਆਂ ਉੱਤੋਂ ਜਿਹੜੇ ਉਹ ਬਚਦੇ ਰਹੇ ਨੇ ਤੇ ਉਹ ਕਹਿ ਨਹੀਂ ਸਕਦੇ ਇਹ ਚੀਜ਼ਾਂ, ਪਰ ਕਈਆਂ ਨੇ ਤੇ ਲੋਕਾਂ ਨੇ ਹੁਣ ਚੁਣਿਆ ਵੀ ਆ। ਸੋ ਲੈਟਸ ਸੀ ਜਿਹੜਾ ਕੀ ਬਣਦਾ ਹੈ ਜੌਨ ਮਕੇਨ ਹੁਣਾਂ ਦੇ ਨਾਲ ਵੀ ਕੀ ਇਹ ਕੋਈ ਇਮੀਗ੍ਰੇਸ਼ਨ ਦਾ ਜਿਹੜਾ ਬਾਈ ਪਾਰਟੀਜ਼ਨ ਡੀਲ ਆ ਕੋਈ ਬਣੂਗੀ ਜਾਂ ਫਿਰ ਇਹ ਇਦਾਂ ਹੀ ਜਿਹੜੀ ਆ ਸਾਈਡ ਤੇ ਰਹਿ ਜੂਗੀ। ਉਧਰ ਜਿਹੜੇ ਉਪ ਰਾਸ਼ਟਰਪਤੀ ਨੇ ਉਹ ਹਰਜੋਤ ਸਿੰਘ ਜੀ ਏਸ਼ੀਆ ਦੇ ਦੌਰੇ ਦੇ ਉੱਤੇ ਜਾ ਰਹੇ ਨੇ, ਮਾਈਕ ਪੈਂਸ, ਤੇ ਕਹਿੰਦੇ ਮੇਨ ਉਹਨਾਂ ਦੇ ਇਸ ਦੌਰੇ ਦੇ ਵਿੱਚ ਫੋਕਸ ਇਹੀ ਆ ਵੀ ਨਾਰਥ ਕੋਰੀਆ ਦੇ ਉੱਤੇ ਹੋਰ ਵੀ ਜ਼ਿਆਦਾ ਜਿਹੜਾ ਉਹ ਪ੍ਰੈਸ਼ਰ ਉਹਨਾਂ ਨੇ ਬਣਾਉਣਾ ਆ। ਉਧਰ ਕਹਿੰਦੇ ਯੂਐਸ ਦੀ ਜਿਹੜੀ ਡੈਲੀਗੇਸ਼ਨ ਇਸ ਵੀਰਵਾਰ ਤੋਂ ਜਿਹੜੀ ਵਿੰਟਰ ਓਲੰਪਿਕਸ ਆ ਹਰਜੋਤ ਸਿੰਘ ਜੀ ਸ਼ੁਰੂਆਤ ਹੋਣ ਜਾ ਰਹੀਆਂ 2018 ਦੀਆਂ ਪਿਓਂਗਚੈਂਗ ਦੇ ਵਿੱਚ ਸਾਊਥ ਕੋਰੀਆ ਦੇ ਵਿੱਚ, ਤੇ ਉੱਥੇ ਜਿਹੜਾ ਇਹਨਾਂ ਨੇ ਹਿੱਸਾ ਵੀ ਲੈਣਾ ਹੈ, ਉੱਥੇ ਅਟੈਂਡ ਕਰਨੀ ਹੈ ਉਹਨਾਂ ਨੇ ਓਲੰਪਿਕ ਇਵੈਂਟ ਜਿਹੜੀ ਆ ਉਸ ਦਾ ਉਹਨਾਂ ਨੇ ਦੇਖਣਾ ਹੈ, ਉੱਥੇ ਪਹੁੰਚਣਾ ਆ। ਸੋ ਜੀਓ ਪੋਲੀਟੀਕਲ ਕੀ ਉੱਥੇ ਜਿਹੜੀ ਗੱਲਬਾਤ ਰਹੇਗੀ ਇਹ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਆਪਾਂ ਦੇਖਿਆ ਵੀ ਥੋੜੇ ਦਿਨ ਪਹਿਲਾਂ ਆਪਾਂ ਖਬਰ ਇਹ ਵੀ ਜਿਹੜੀਆਂ ਦੱਸ ਰਹੇ ਸੀ ਵੀ ਨਾਰਥ ਕੋਰੀਆ ਵਾਲੇ ਵੀ ਮਿਲ ਕੇ ਜਿਹੜੇ ਇਸ ਵਾਰ ਸਾਊਥ ਕੋਰੀਆ ਦੇ ਨਾਲ ਜਿਹੜਾ ਆ ਉਹ ਖੇਡ ਰਹੇ ਨੇ। ਉਹ ਉਹਨਾਂ ਨੇ ਵੀ ਜਿਹੜੀ ਟੀਮ ਉੱਥੇ ਪਹੁੰਚੀ ਆ ਆਲਰੇਡੀ, ਉਹ ਬੰਦਾ ਗੱਲਬਾਤ ਕਰਨ ਦੇ ਲਈ ਕਿਤੇ ਨਾ ਕਿਤੇ ਰੈਡੀ ਜਿਹੜਾ ਉਹ ਨਜ਼ਰ ਆ ਰਿਹਾ ਆ। ਪਰ ਦੇਖਦੇ ਹਾਂ ਵੀ ਜਿਹੜਾ ਉਹ ਹੋਰ ਜਿਹੜਾ ਕਿਸ ਤਰੀਕੇ ਦੇ ਨਾਲ ਪ੍ਰੈਸ਼ਰ ਪਾਉਣਗੇ। ਚਾਈਨਾ ਦੇ ਨਾਲ ਜਿਹੜੀਆਂ ਗੱਲਬਾਤ ਜਿਹੜੀ ਹੋਵੇਗੀ ਜਿਹੜੇ ਉਪ ਰਾਸ਼ਟਰਪਤੀ ਦੀ, ਉਹ ਕਾਫੀ ਅਹਿਮ ਜਿਹੜੀ ਉਹ ਮੰਨੀ ਜਾਂਦੀ ਹੈ ਜਿਹੜੇ ਵੀ ਉਹਨਾਂ ਦੇ ਡੈਲੀਗੇਸ਼ਨ ਦੇ ਨਾਲ ਗੱਲ ਹੋਊਗੀ, ਕਿਉਂਕਿ ਉਸ ਦੇ ਜ਼ਰੀਏ ਹੀ ਸਭ ਤੋਂ ਜ਼ਿਆਦਾ ਪ੍ਰੈਸ਼ਰ ਨਾਰਥ ਕੋਰੀਆ ਦੇ ਉੱਤੇ ਪਾਇਆ ਜਾ ਸਕਦਾ ਹੈ। ਜੀ ਬਿਲਕੁਲ। ਸੋ ਇੱਕ ਤਰ੍ਹਾਂ ਨਾਲ ਇਹ ਗੇਮਸ ਨੂੰ ਜਿਹੜਾ ਵਾਰ ਐਂਡ ਪੀਸ ਗੇਮਸ ਕਰਕੇ ਗਿਣਿਆ ਜਾ ਰਿਹਾ ਹੈਗਾ ਤੇ ਕਹਿੰਦੇ ਨਾਰਥ ਕੋਰੀਆ ਦੇ 12,000 ਦੇ ਕਰੀਬ ਜਿਹੜੇ ਟਰੂਪ ਮਿਲਟਰੀ ਇਵੈਂਟ ਕਰ ਰਹੇ ਆ ਗੇਮਸ ਤੋਂ ਪਹਿਲਾਂ, ਤੇ ਨਾਰਥ ਕੋਰੀਆ ਨੇ 1964 ਤੋਂ ਲੈ ਕੇ ਲਗਭਗ ਕਹਿੰਦੇ ਹਰ ਇੱਕ ਓਲੰਪਿਕ ਦੇ ਵਿੱਚ ਜਿਹੜਾ ਹਿੱਸਾ ਲਿਆ, ਸਿਰਫ 2 ਵਾਰੀ ਉਹਨਾਂ ਨੇ ਬਾਈਕਾਟ ਕੀਤਾ ਸੀਗਾ। ਸੋ ਦੇਖਦੇ ਆ ਵੀ ਕਿਸ ਤਰ੍ਹਾਂ ਜਿਹੜੀਆਂ ਇਹ ਓਲੰਪਿਕਸ ਆਪਾਂ ਤਾਂ ਇਹੀ ਅਰਦਾਸ ਕਰਦੇ ਆ ਸੱਚਮੁੱਚ ਇਹ ਜਿਹੜੀ ਆ ਪੀਸ ਹੀ ਲੈ ਕੇ ਆਣ ਦੁਨੀਆ ਦੇ ਉੱਤੇ। ਜੀ ਬਿਲਕੁਲ ਜੀ, ਸ਼ਾਂਤੀ ਚਾਹੀਦੀ ਹੈ ਜੀ, ਨਹੀਂ ਤਾਂ ਰੌਲਾ ਰੱਪਾ ਇੰਨਾ ਆ ਵੀ ਰਹਿ ਰੱਬ ਦਾ ਨਾਂ। ਉਧਰ ਹਰਜੋਤ ਸਿੰਘ ਜੀ ਅਗਲੀ ਅੰਤਰਰਾਸ਼ਟਰੀ ਖਬਰ ਦੇ ਵਿੱਚ ਨਜ਼ਰ ਮਾਰੀਏ, ਕੇਪ ਟਾਊਨ ਦੇ ਵਿੱਚ ਜਿੱਦਾਂ ਸਾਰੇ ਜਣ ਜਾਣਦੇ ਆ ਵੀ ਪਾਣੀ ਦੇ ਜਿਹੜਾ ਮਸਲਾ ਬਹੁਤ ਜ਼ਿਆਦਾ ਗੰਭੀਰ ਬਣਿਆ ਹੋਇਆ, ਸੋਕੇ ਦੀ ਮਾਰ ਹੇਠਾਂ ਆਇਆ ਹੋਇਆ। ਸਾਊਥ ਅਫਰੀਕਾ ਦਾ ਇਹ ਦੂਜਾ ਸਭ ਤੋਂ ਜਿਹੜਾ ਪਾਪੂਲਸ ਜਿਹੜਾ ਸ਼ਹਿਰ ਆ ਕੇਪ ਟਾਊਨ, ਤੇ ਡੇ 0 ਨੂੰ ਕਹਿੰਦੇ ਥੋੜਾ ਜਿਹਾ ਉਹਨਾਂ ਨੇ ਪੁਸ਼ ਬੈਕ ਕਰ ਦਿੱਤਾ ਆ। ਅੱਗੇ 16 ਅਪ੍ਰੈਲ ਉਹਨਾਂ ਨੇ ਡੇ 0 ਰੱਖਿਆ ਸੀ, ਜਿੱਥੇ ਪ੍ਰੋਜੈਕਸ਼ਨ ਸੀਗੀਆਂ ਵੀ ਉਦੋਂ ਤੱਕ ਜਿਹੜਾ ਪੀਣ ਵਾਲਾ ਪਾਣੀ, ਵਰਤਣ ਵਾਲਾ ਪਾਣੀ ਕਿਤੇ ਨਾ ਕਿਤੇ ਸਾਰਾ ਹੀ ਜਿਹੜਾ ਉਹ ਖਤਮ ਹੋ ਜਾਊਗਾ। ਉਹਨਾਂ ਨੇ ਉਸ ਨੂੰ ਥੋੜਾ ਹੋਰ ਪਿੱਛੇ ਧੱਕਦੇ ਹੋਏ ਮਈ 11 ਮਈ ਦਾ ਦਿਨ ਜਿਹੜਾ ਉਹ ਰੱਖਿਆ ਆ। ਉਸ ਦੇ ਵਿੱਚ ਕਾਰਨ ਉਹਨਾਂ ਨੇ ਪਿੱਛੇ ਦੱਸਿਆ ਵੀ ਜਿਹੜਾ ਐਗਰੀਕਲਚਰ ਵਾਟਰ ਯੂਜ਼ ਆ ਉਸ ਦੇ ਵਿੱਚ ਕਟੌਤੀ ਕੀਤੀ ਗਈ ਔਰ ਡਿਕਲਾਈਨ ਹੋਇਆ ਆ, ਜਿਸ ਕਰਕੇ ਲੋਕਾਂ ਦੇ ਪੀਣ ਲਈ, ਉਹਨਾਂ ਦੇ ਰਹਿਣ ਸਹਿਣ ਦੇ ਲਈ ਜਿਹੜਾ ਮੁੱਖ ਜਿਹੜੀਆਂ ਜ਼ਰੂਰਤ ਹੈਗੀ ਹੈ ਪਾਣੀ, ਉਸ ਨੂੰ ਉੱਧਰਲੇ ਪਾਸੇ ਵਰਤਿਆ ਜਾ ਰਿਹਾ ਆ। ਇਸ ਕਰਕੇ ਜਿਹੜਾ ਉਸ ਨੂੰ ਉਹਨਾਂ ਨੇ ਪਿੱਛੇ ਜਿਹੜਾ ਕੱਢਿਆ ਆ। ਜਿੱਦਾਂ ਆਪਾਂ ਪਿਛਲੀ ਦੀ ਵੀ ਖਬਰ 'ਚ ਦੱਸਿਆ ਸੀ ਵੀ ਸਰਕਾਰ ਸਿਟੀ ਜਿਹੜੀ ਆ ਉੱਥੇ ਆਪਣੇ ਪੱਧਰ ਦੇ ਉੱਤੇ ਹੁਣ ਬੋਰ ਕਰਨ ਲੱਗੀ ਹੋਈ ਆ ਵੀ ਤਾਂ ਜੋ ਵੱਧ ਤੋਂ ਵੱਧ ਜਿਹੜਾ ਜ਼ਮੀਨ ਹੇਠਲਾ ਪਾਣੀ ਉਸ ਨੂੰ ਕੱਢ ਕੇ ਲੋਕਾਂ ਦੀ ਜਿਹੜੀ ਇਸ ਟਾਈਮ ਮੰਗ ਹੈਗੀ ਆ ਉਸ ਨੂੰ ਪੂਰੀਆਂ ਕੀਤਾ ਜਾ ਸਕੇ। ਸੋ ਅਜੇ ਵੀ ਜਿੰਨੇ ਵੀ ਕੇਪ ਟਾਊਨ ਦੇ ਵਿੱਚ ਰਹਿ ਰਹੇ ਨੇ ਨਿਵਾਸੀ ਆ, ਉਹਨਾਂ ਨੂੰ ਇੱਕ ਦਿਨ ਦੇ ਵਿੱਚ 50 ਲੀਟਰ ਤੋਂ ਵੱਧ ਜਿਹੜਾ ਪਾਣੀ ਨਹੀਂ ਦਿੱਤਾ ਜਾਂਦਾ। ਸੋ ਰਾਸ਼ਨ ਜਿਹੜਾ ਕੀਤਾ ਜਾ ਰਿਹਾ ਆ ਵੀ 50 ਲੀਟਰ ਤੋਂ ਵੱਧ ਕਿਸੇ ਇੱਕ ਨੂੰ ਵੀ ਜਿਹੜਾ ਪਾਣੀ ਆ ਉਹ ਨਾ
ਜਿਹੜਾ ਉਹ ਦਿੱਤਾ ਜਾਵੇ। ਸੋ ਬਹੁਤ ਐਮਰਜੈਂਸੀ ਜਿਹੜਾ ਵਾਟਰ ਕ੍ਰਾਈਸਿਸ ਜਿਹੜਾ ਇਸ ਟਾਈਮ ਕੇਪ ਟਾਊਨ ਦੇ ਵਿੱਚ ਉਹ ਚੱਲ ਰਿਹਾ ਹੈ। ਤੇ ਇੱਕ ਹੋਰ ਬੜੀ ਮਾੜੀ ਖਬਰ ਆ ਰਹੀ ਹੈ ਰਾਜਕਰਮਜੀਤ ਸਿੰਘ, ਜਿਹੜੀ ਐਸਮੌਂਡ ਬ੍ਰੈਡਲੀ ਮਾਰਟਿਨ ਆ, ਇਹ ਕਹਿੰਦੇ ਵਰਲਡ ਦਾ ਇੱਕ ਬਹੁਤ ਵੱਡਾ ਇਨਵੈਸਟੀਗੇਟਰ ਹੋਇਆ ਜਿਹੜੇ ਆਈਵਰੀ ਪੋਚਰਸ ਹੈਗੇ ਉਹਨਾਂ ਦੇ ਲਈ। ਬਹੁਤ ਸਾਰੇ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਐਲੀਫੈਂਟ ਆ, ਹਾਥੀ ਆ, ਰਾਈਨੋਜ਼ ਆ, ਉਹਨਾਂ ਨੂੰ ਮਾਰ ਕੇ ਉਹਨਾਂ ਦੀ ਜਿਹੜੀ ਇਲੀਗਲੀ ਟ੍ਰੇਡ ਕੀਤੀ ਜਾਂਦੀ ਆ। ਤੇ ਉਹ ਕੀਨੀਆ ਦੇ ਵਿੱਚ ਸੀਗੇ ਇੱਕ ਆਪਣੇ ਮਿਸ਼ਨ ਦੇ ਉੱਤੇ, ਜਿੱਥੇ ਉਹਨਾਂ ਨੂੰ ਚਾਕੂ ਮਾਰ ਕੇ ਜਿਹੜਾ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਤੇ ਨਿਊਯਾਰਕ ਦੇ ਵਿੱਚ ਬੋਰਨ ਸੀ, ਪਰ ਇਸ ਨੇ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਜਿੱਦਾਂ ਅੰਡਰ ਕਵਰ ਆਪਰੇਸ਼ਨ ਕੀਤੇ ਹੈਗੇ, ਬਹੁਤ ਹੀ ਡੇਂਜਰਸ ਤੇ ਡਿਫਿਕਲਟ ਜਿਹੜੀਆਂ ਜਗ੍ਹਾ ਸੀਗੀਆਂ, ਪਲੇਸਿਸ ਸੀਗੀਆਂ, ਉੱਥੇ ਉਸਨੇ ਫੋਟੋਗ੍ਰਾਫੀ ਤੇ ਡਾਕੂਮੈਂਟਰੀਆਂ ਜਿਹੜੀਆਂ ਕੀਤੀਆਂ। ਇਸੇ ਤਰ੍ਹਾਂ ਚਾਈਨਾ ਦੇ ਵਿੱਚ, ਉਹ ਵੀਅਤਨਾਮ 'ਚ, ਲਾਓਸ 'ਚ ਤੇ ਸਾਊਥ ਅਫਰੀਕਾ 'ਚ ਬਹੁਤ ਜਗ੍ਹਾ ਜਿਹੜੀਆਂ ਉਹਨੇ ਐਕਸਪੋਜ਼ ਕੀਤੀਆਂ ਵੀ ਇੱਥੇ ਕਿੱਦਾਂ ਜਿਹੜੇ ਇਲੀਗਲੀ ਜਿਹੜੀਆਂ ਐਂਡੇਂਜਰਡ ਸਪੀਸੀਜ਼ ਹੈਗੀਆਂ, ਜਿਹੜੀਆਂ ਡਿਕਲੇਅਰ ਕੀਤੀਆਂ ਗਈਆਂ ਵੀ ਇਹਨਾਂ ਨੂੰ ਤੁਸੀਂ ਮਾਰ ਨਹੀਂ ਸਕਦੇ, ਉਹਨਾਂ ਨੂੰ ਮਾਰ ਕੇ ਜਿਹੜੀ ਉਹਨਾਂ ਦੀ ਟ੍ਰੇਡਿੰਗ ਹੁੰਦੀ ਸੀ, ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਉਸਨੇ ਆਪਣੀ ਡਾਕੂਮੈਂਟਰੀਆਂ ਦੇ ਰਾਹੀਂ, ਫੋਟੋਗ੍ਰਾਫੀ ਦੇ ਰਾਹੀਂ ਐਕਸਪੋਜ਼ ਕੀਤਾ ਸੀ। ਬਿਲਕੁਲ। ਤੇ ਹਰਜੋਤ ਸਿੰਘ ਜੀ, ਪਿਛਲੇ ਦਿਨਾਂ ਦੇ ਵਿੱਚ ਹਾਂਗਕਾਂਗ ਨੇ ਜਿਹੜਾ ਆਈਵਰੀ ਦਾ ਜਿਹੜਾ ਬਿਜ਼ਨਸ ਆ, ਟ੍ਰੇਡ ਆ, ਉਸ ਨੂੰ ਅਧਿਕਾਰਤ ਤੌਰ ਦੇ ਉੱਤੇ ਉਸ 'ਤੇ ਪਾਬੰਦੀ ਜਿਹੜੀ ਆ ਉਹ ਲਾ ਦਿੱਤੀ ਸੀਗੀ। ਤੇ ਬਹੁਤ ਕਹਿ ਸਕਦੇ ਹਾਂ ਵੀ ਇਸ ਬੰਦੇ ਦੀ ਫਿਰ ਦੇਣ ਵੀ ਇਹ ਅਜਿਹੀਆਂ ਚੀਜ਼ਾਂ ਨੂੰ ਐਕਸਪੋਜ਼ ਜਿਹੜਾ ਉਸਨੇ ਕੀਤਾ। ਪਰ ਅਫਸੋਸ ਵਾਲੀ ਗੱਲ ਇਹ ਆ ਵੀ ਅਜੇ ਵੀ ਜਿਹੜੇ ਲੋਕ ਆ ਹਾਥੀਆਂ ਨੂੰ ਤੇ ਇੱਦਾਂ ਰਾਈਨੋ ਨੂੰ ਜਿਹੜਾ ਆ ਉਹ ਉਹਨਾਂ ਦੀ ਜਿਹੜੇ ਸਿੰਘਾਂ ਦੇ ਲਈ ਤੇ ਜਿਹੜੇ ਹਾਥੀ ਵਾਲੇ ਦੰਦ ਆ ਉਸ ਦੇ ਲਈ ਜਿਹੜਾ ਆ ਉਹ ਮਾਰ ਰਹੇ ਆ। ਬਹੁਤ ਸਾਰੀਆਂ ਕਹਿੰਦੇ ਦਵਾਈਆਂ ਦੇ ਵਿੱਚ ਉਸ ਨੂੰ ਕੁੱਟ ਕੇ ਪੀਸ ਕੇ ਜਿਹੜਾ ਪਾਇਆ ਜਾਂਦਾ ਆ। ਹੋਰ ਕਈ ਕੁਛ ਜਿਹੜਾ ਉਸ ਦੇ ਪ੍ਰਤੀ ਆਖਿਆ ਜਾਂਦਾ ਤੇ ਬਾਕੀ ਇਸ ਦੀ ਜਿਊਲਰੀ ਤੇ ਹੋਰ ਸਜਾਵਟੀ ਸਮਾਨ ਬਹੁਤ ਜ਼ਿਆਦਾ ਜਿਹੜਾ ਉਹ ਬਣਾਇਆ ਜਾਂਦਾ ਹੈ ਆਈਵਰੀ ਦਾ, ਜਿਸ ਕਰਕੇ ਇਹ ਜਿਹੜੇ ਜੰਗਲੀ ਜੀਵ ਆ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀਗਾ। ਇੱਕ ਬਲੈਕ ਰਾਈਨੋ ਹਰਜੋਤ ਸਿੰਘ ਜੀ ਦੁਨੀਆ ਦੇ ਵਿੱਚ, ਵਿਸ਼ਵ ਦੇ ਵਿੱਚ ਇੱਕ ਹੀ ਰਹਿ ਗਿਆ ਤੇ ਉਹਦੇ ਇਰਦ ਗਿਰਦ 4-5 ਜਾਣੇ ਹਮੇਸ਼ਾ ਜਿਹੜੇ ਆ ਉਹ ਰਹਿੰਦੇ ਨੇ ਬੰਦੂਕਧਾਰੀ, ਵੀ ਕੋਈ ਜਿਹੜਾ ਪੋਚਰ ਆ ਉਹ ਉਸ ਨੂੰ ਮਾਰ ਕੇ ਉਸ ਦਾ ਜਿਹੜਾ ਆ ਉਹ ਜਿਹੜਾ ਸਿੰਘ ਆ ਉਹ ਨਾ ਜਿਹੜਾ ਉਹ ਲੈ ਜਾਣ। ਸੋ ਅਫਸੋਸ ਵਾਲੀ ਗੱਲ ਆ ਵੀ ਇਨਸਾਨ ਨੇ ਆਪਣੇ ਫਾਇਦੇ ਦੇ ਲਈ, ਆਪਣੀ ਚੀਜ਼ ਦੇ ਲਈ ਨਾ ਕੁਦਰਤ ਨੂੰ ਬਖਸ਼ਿਆ, ਨਾ ਵਾਤਾਵਰਣ ਨੂੰ, ਨਾ ਜੀਵ ਜੰਤੂਆਂ ਨੂੰ, ਨਾ ਪੰਛੀਆਂ ਨੂੰ, ਕਿਸੇ ਨੂੰ ਵੀ ਜਿਹੜਾ ਆ ਉਹ ਨਹੀਂ ਬਖਸ਼ਿਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਯੂਐਸ ਦੇ ਐਂਬੈਸਡਰ ਕੀਨੀਆ ਨੂੰ ਹੈਗੇ ਬੌਬ ਗੋਡਿਕ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮਿਸਟਰ ਮਾਰਟਨ ਦੀ ਕਿਲਿੰਗ ਆ ਇਹ ਇੱਕ ਤਰ੍ਹਾਂ ਨਾਲ ਬਹੁਤ ਹੀ ਮਾੜੀ ਜਿਹੜੀ ਟ੍ਰੈਜਡੀ ਹੈਗੀ ਆ ਕੀਨੀਆ ਤੇ ਪੂਰੇ ਦੁਨੀਆ ਦੇ ਲਈ। ਉਹ ਕਹਿੰਦੇ ਵੀ ਇੰਨਾ ਇਹ ਜਿਹੜਾ ਵੀ ਵਿਲ ਮਿਸ ਹਿਜ਼ ਵਿਜ਼ਡਮ, ਇਨਸਾਈਟ, ਪੈਸ਼ਨ, ਵੀ ਉਹ ਇੱਕ ਤਰ੍ਹਾਂ ਨਾਲ ਜਿਹੜਾ ਰਾਈਨੋਜ਼ ਤੇ ਜਿਹੜੇ ਐਲੀਫੈਂਟ ਸੀਗੀ ਉਹਨਾਂ ਦੇ ਕੰਜ਼ਰਵੇਸ਼ਨ ਦੇ ਲਈ ਉਹ ਚੈਂਪੀਅਨ ਸੀਗਾ, ਜੋ ਕਿ ਆਪਾਂ ਇਹ ਲੂਜ਼ ਕਰ ਲਿਆ ਹੈਗਾ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਆ, ਪਰ ਓਹਾਇਓ ਤੋਂ ਇੱਕ ਬੜੀ ਦਰਦਨਾਕ ਖਬਰ ਆ ਰਹੀ ਆ ਜੀ। ਓਹਾਇਓ ਦੇ ਵਿੱਚ ਅਧਿਕਾਰੀਆਂ ਨੇ ਦੱਸਿਆ ਆ ਵੀ ਇੱਕ 2 ਸਾਲਾਂ ਦੀ ਕੁੜੀ ਆ, ਉਹ ਗੱਡੀ ਦੇ ਵਿੱਚ ਜਿਹੜੀ ਆ ਉਹ ਮਰੀ ਪਾਈ ਗਈ, ਮ੍ਰਿਤ ਪਾਈ ਗਈ। ਬਹੁਤ ਹੀ ਜ਼ਿਆਦਾ ਠੰਡ ਸੀ ਤੇ ਇਹ ਕਿਹਾ ਗਿਆ ਵੀ ਉਹ ਕਹਿੰਦੇ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਜਿਹੜੇ ਫਰੰਟ ਪੋਰਚ ਦੇ ਉੱਤੇ ਸੀਗੀ ਤੇ ਜਦ ਉਸ ਦੀ ਮਾਂ ਨੇ ਕੁੜੀ ਨੂੰ ਦੇਖਿਆ ਤੇ ਉਹਨਾਂ ਨੇ 911 ਕਾਲ ਕੀਤੀ ਏਕਰਨ ਤੋਂ। ਤੇ ਜਦੋਂ ਉੱਥੇ ਪਹੁੰਚੇ ਐਮਰਜੈਂਸੀ ਰਿਸਪੌਂਸ ਵਾਲੇ ਜਾਂ ਸਾਰਿਆਂ ਨੇ ਦੇਖਿਆ ਵੀ ਕੁੜੀ ਅਨਰਿਸਪੌਂਸਿਵ ਸੀ ਤੇ ਉਸ ਦੀ ਜਿਹੜੀ ਉਹ ਮੌਤ ਹੋ ਚੁੱਕੀ ਸੀ। ਬੇਸਿਕਲੀ ਉਹ ਫਰੋਜ਼ ਕਰ ਗਈ ਆਪਣੀ ਮੌਤ ਦੇ ਲਈ। ਸੋ ਇੱਕ ਇਹ ਬਹੁਤ ਹੀ ਮਾੜੀ ਖਬਰ ਜਿਹੜੀ ਓਹਾਇਓ ਤੋਂ ਆ ਰਹੀ ਹੈ। ਇੱਕ ਜਾਂਦੇ ਜਾਂਦੇ ਆਪਾਂ ਜਿਹੜੀ ਖਬਰ ਸਾਂਝੀ ਕਰਦੇ ਜਾਈਏ ਵੈਦਰ ਦੀ। ਵੈਦਰ ਬੜਾ USA ਦੇ ਵਿੱਚ ਚੇਂਜ ਹੋ ਰਿਹਾ, ਤੁਸੀਂ ਦੇਖ ਰਹੇ ਆ। ਆਪਾਂ ਹੁਣੇ ਹੀ ਫਰਵਰੀ ਦਾ ਹਜੇ ਪਹਿਲਾ ਹਫ਼ਤਾ ਆ, ਅੱਧੀਆਂ ਪਾ ਕੇ ਸ਼ਰਟ ਮੈਂ ਬੈਠਾ ਆ। ਤੇ ਸੈਕਰਾਮੈਂਟੋ 'ਚ ਕੱਲ ਕਹਿੰਦੇ ਬਈ ਡਾਊਨਟਾਊਨ 'ਚ 74 ਡਿਗਰੀ ਟੈਂਪਰੇਚਰ ਸੀ। ਤੇ ਇਸ ਵੀਕ ਦੇ ਵਿੱਚ ਹਰਜੋਤ ਸਿੰਘ ਜੀ ਆਪਣੇ ਇੱਥੇ ਸੈਨੋਜ਼ੇ ਦੇ ਵਿੱਚ ਮੈਕਸਿਮਮ 75 ਤੱਕ ਜਿਹੜੇ ਬਹੁਤ ਜਿਹੜੇ ਚੱਲਣੇ ਨੇ। ਪਤਾ ਨਹੀਂ ਹੁਣ ਜਿਹੜੇ ਲੰਬੇ ਸਮੇਂ ਤੋਂ ਇੱਥੇ ਰਹਿੰਦੇ ਰਹੇ ਆ ਉਹਨਾਂ ਨੇ ਕਿੰਨੇ ਕੁ ਵਾਰੀ ਜਿਹੜਾ ਫਰਵਰੀ ਦੇ ਵਿੱਚ ਇੰਨਾ ਜ਼ਿਆਦਾ ਹਾਈ ਟੈਂਪਰੇਚਰ ਜਿਹੜਾ ਉਹ ਦੇਖਿਆ ਹੋਊਗਾ। ਇਸ ਹਿਸਾਬ ਦੇ ਲਈ ਜਿਹੜਾ ਆ ਜਿੱਦਾਂ ਇੱਕ ਨਾਟਕ ਵਿੱਚ ਕਹਿੰਦੇ ਵਿੰਟਰ ਇਜ਼ ਕਮਿੰਗ, ਸਮਰ ਇਜ਼ ਕਮਿੰਗ, ਸਮਰ ਹੈਜ਼ ਅਰਾਈਵਡ, ਬੇਸਿਕਲੀ ਉਹ ਕੰਮ ਹੋ ਚੁੱਕਾ ਆ। ਤੇ ਹਾਈਡਰੇਟ ਰੱਖੋ ਜੀ ਆਪਣੇ ਆਪ ਨੂੰ ਵੱਧ ਤੋਂ ਵੱਧ ਜਿਹੜਾ ਆ ਇਸ ਚੀਜ਼ ਤੋਂ ਜਿਹੜਾ ਉਹ ਬਚਾਅ ਦੇ ਲਈ।
ਤੇ ਕਈ ਵਾਰੀ ਗਰਮ ਸਰਦ ਜਿਹੜਾ ਜ਼ਿਆਦਾ ਨਾ ਹੋ ਜਾਵੇ, ਬਿਮਾਰੀਆਂ ਵੀ ਜਿਹੜੀਆਂ ਉਸ ਦੇ ਕਰਕੇ ਜਿਹੜਾ ਬੰਦਾ ਬਿਮਾਰ ਹੋ ਜਾਂਦਾ ਆ, ਤੇ ਉਸ ਤੋਂ ਬਚਾ ਰੱਖੇ। ਤੇ ਤੁਸੀਂ ਹਰਜੋਤ ਸਿੰਘ ਜੀ ਆਪਣੇ ਕੈਲੀਫੋਰਨੀਆ ਦੇ ਵਿੱਚ ਆਪਾਂ ਗਰਮੀ ਦੀ ਗੱਲ ਕਰ ਰਹੇ ਹਾਂ, ਉਧਰ ਈਸਟਰਨ ਇਲਾਕੇ ਦੇ ਵਿੱਚ ਜਿਹੜੇ ਪੂਰਬ ਵਾਲੇ ਪਾਸੇ ਕਾਫੀ ਜ਼ਿਆਦਾ ਬਰਫ਼ਬਾਰੀ ਦੇ ਜਿਹੜੇ ਦੁਬਾਰਾ ਅਨੁਮਾਨ ਜਿਹੜੇ ਆ ਉਹ ਲਾਏ ਗਏ ਨੇ। ਬਿਲਕੁਲ, ਜਿਹੜਾ ਹਾਈਵੇ ਮਜ਼ੂਰੀ ਹੈਗਾ I-44 ਆ, ਉਹ ਪਿਛਲੇ ਦਿਨੀ ਕੱਲ ਵੀ ਜਿੱਦਾਂ ਬਹੁਤ ਲੰਮਾ ਸਮਾਂ ਬੰਦ ਰਿਹਾ ਤੇ ਬਹੁਤ ਵੱਡਾ ਉੱਥੇ ਐਕਸੀਡੈਂਟ ਹੋਇਆ। 17 ਤੋਂ ਵੱਧ ਜਿਹੜੀਆਂ ਕਾਰਾਂ ਇਨਵੋਲਵ ਹੋਈਆਂ, ਟਰੱਕ ਇਨਵੋਲਵ ਹੋਏ, ਇੱਕ ਬੰਦੇ ਦੀ ਮੌਤ ਵੀ ਹੋ ਗਈ ਤੇ ਫੱਟੜ ਵੀ ਬਹੁਤ ਹੋਇਆ। ਸੋ ਟਰੱਕਾਂ ਵਾਲੇ ਵੀਰ ਜਿਹੜੇ ਆ ਉਹਨਾਂ ਨੂੰ ਚੇਤਾਵਨੀ ਆ, ਜਿਹੜੇ ਵੀ ਕਦੇ ਸਨੋ ਵਾਲੇ ਏਰੀਏ ਜਾ ਰਹੇ ਪਲੀਜ਼ ਬੜੇ ਸਹਿਜੇ ਜਾਓ, ਕਿਉਂਕਿ ਜਿਹੜੇ ਕੈਲੀਫੋਰਨੀਆ ਵਾਲੇ ਆ ਉੱਥੇ ਸਨੋ ਪੈਂਦੀ ਨਹੀਂ ਹੈ ਕੈਲੀਫੋਰਨੀਆ 'ਚ। ਤੇ ਕਈ ਵਾਰੀ ਜਦੋਂ ਨਵੇਂ ਡਰਾਈਵਰ ਵੀ ਹੁੰਦੇ ਹੈਗੇ ਆ, ਨੌਲੇਜ ਨਹੀਂ ਹੁੰਦਾ, ਬਲੈਕ ਆਈਸ ਹੁੰਦੀ ਆ, ਬੜੇ ਧਿਆਨ ਨਾਲ ਉੱਥੇ ਜਾਓ, ਕਿਉਂਕਿ ਜੇ ਤੁਸੀਂ ਉੱਥੇ ਦੀਆਂ ਕਿਤੇ ਪਿਕਚਰਾਂ ਦੇਖੋ ਵੀ ਇਦਾਂ ਦਾ ਜਿੱਦਾਂ ਡਰਾਉਣਾ ਹੀ ਮਾਹੌਲ ਲੱਗਦਾ ਹੈਗਾ। ਪੂਰੇ ਦਾ ਪੂਰਾ ਹਾਈਵੇ ਜਿੱਦਾਂ ਐਕਸੀਡੈਂਟ ਨਾਲ ਉਹ ਭਰਿਆ ਪਿਆ ਭਰ ਜਾਂਦਾ। ਬਿਲਕੁਲ 100 ਗੱਡੀਆਂ ਦੇ ਜਿਹੜੇ ਆ ਉਹ ਐਕਸੀਡੈਂਟ ਉਸ ਦੇ ਵਿੱਚ ਹੋ ਜਾਂਦੇ, ਕੋਈ ਗੱਡੀ ਕਿਤੇ ਆ, ਕੋਈ ਕਿਤੇ ਜਿਹੜੀ ਉਹ ਪਹੁੰਚ ਜਾਂਦੀ ਆ। ਸੋ ਬਚ ਕੇ ਜਿਹੜਾ ਜੀ ਸਾਰਿਆਂ ਨੂੰ ਚੱਲਣਾ ਚਾਹੀਦਾ, ਖਾਸ ਕਰਕੇ ਜਿਹੜੇ ਛੋਟੀ ਗੱਡੀ ਦੇ ਚਾਲਕ ਨੇ, ਉਹ ਡਰਾਈਵਰ ਜਦੋਂ ਅਜਿਹੀਆਂ ਕੰਡੀਸ਼ਨ ਦੇ ਵਿੱਚ ਇੱਕ ਓਵਰਟੇਕ ਨਾ ਕਿਸੇ ਜਿੱਦਾਂ ਇੱਦਾਂ ਕਰੋ ਤੇ ਅਚਾਨਕ ਕਿਸੇ ਟਰੱਕ ਵਾਲੇ ਦੇ ਜਿਹੜਾ ਅੱਗੇ ਨਾ ਆਓ, ਇਕੱਲੇ ਟਰੱਕ ਵਾਲੇ ਨਹੀਂ ਦੂਜਿਆਂ ਦੇ ਵੀ ਜਿਹੜੇ ਅਚਾਨਕ ਅੱਗੇ ਨਾ ਆਓ, ਅਚਾਨਕ ਬ੍ਰੇਕਾਂ ਨਾ ਮਾਰੋ, ਬਹੁਤ ਜਿਹੜੀ ਪ੍ਰੋਬਲਮ ਹੁੰਦੀ। ਖਾਸ ਕਰਕੇ ਜਿੱਥੇ ਫੌਗੀ ਕੰਡੀਸ਼ਨਸ ਹੋਣ ਉੱਥੇ ਜਿਹੜਾ ਆਪਣਾ ਸਪੀਡ ਆ ਥੋੜ੍ਹੀ ਜਿਹੀ ਜਿਹੜੀ ਉਹ ਜ਼ਰੂਰ ਆਮ ਦੇ ਨਾਲੋਂ ਜਿਹੜੀ ਥੋੜ੍ਹੀ ਘੱਟ ਜਿਹੜੀ ਉਹ ਚਲਾਉਣੀ ਚਾਹੀਦੀ। ਬਿਲਕੁਲ ਘੱਟ ਵੀ ਚਲਾਉਂਗੇ ਉਹ ਵੀ ਬਹੁਤ ਰਿਸਕੀ ਆ, ਕਿਉਂਕਿ ਕੋਈ ਪਿੱਛੋਂ ਆਪਣੀ ਪੂਰੀ ਸਪੀਡ ਦੇ ਨਾਲ ਆ ਰਿਹਾ ਹੋਊਗਾ ਤਾਂ ਉਹਦੇ ਕੋਲ ਰੁਕਿਆ ਵੀ ਨਹੀਂ ਜਾਂਦਾ। ਸੋ ਦੋ ਚੀਜ਼ਾਂ ਦਾ ਬਿਲਕੁਲ ਧਿਆਨ, ਸਪੀਡ ਦਾ ਤੇ ਟੇਲ ਗੇਟਿੰਗ ਦਾ। ਹਾਂ, ਬਿਲਕੁਲ ਤੁਹਾਡਾ ਫਰਕ ਹੋਣਾ ਚਾਹੀਦਾ ਕਾਫੀ, ਚਾਹੇ ਟਰੱਕ ਆ ਚਾਹੇ ਕਾਰ ਆ। ਜੇ ਤੁਸੀਂ ਬਿਲਕੁਲ ਲੱਗ ਗਏ ਆ ਤਾਂ ਫਿਰ ਐਕਸੀਡੈਂਟ ਦੇ ਸਨੋ ਵਾਲੇ ਏਰੀਆ 'ਚ ਬਹੁਤ ਚਾਂਸ ਵੱਧ ਜਾਂਦੇ ਜੀ। ਤੇ ਹਰਜੋਤ ਸਿੰਘ ਜੀ, ਅੱਜ ਦਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਨਿੱਘੀ ਜੀ ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰੀਤ, ਉਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘੁਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ। ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰੌਬਰਟ ਰਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001 98780 90001 और विजिट www.kularhospital.com। अच्छा गल सुन, मेरी शुगर भी ठीक है ते इंसुलिन भी बंद होगी। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ